दर्शन परसै गुरु का जन्म मरण दुख जाए। दर्शन परसै गुरु का जन्म मरण दुख जाए। सतनाम श्री वाहेगुरु साहिब जीओ। गौड़े बैरागण महला तीजा। सब जग काल वश है, बाधा दूजै पाए। हाँ मैं कर्म कमावंदे, मन मुख मिलै सजाए। सब जग काल वश है, बाधा दूजै पाए। हाँ मैं कर्म कमावंदे, मन मुख मिलै सजाए। मेरे मन गुर चरणे चित लाए। गुरमुख नाम निधान लै, दरगह लै छड़ाए। रहाओ 184 परम दे, मन हठ आवे जाए। गुर का शब्द ना चिन्हो, फिर जोने पाए। गुरमुख आप पछाणिया, हर नाम वसया मन आए। आन दिन भगते रत्या, हर नामे सुख समाए। मन शब्द मरै परतीत होए, हाँ मैं तजे विकार। जन नानक करमे पाईन, हर नामा भगत भंडार। मन शब्द मरै परतीत होए, हाँ मैं तजे विकार। जन नानक करमे पाईन, हर नामा भगत भंडार। वाहेगुरु जी का खालसा, वाहेगुरु जी के फतेह। सच्चे पातशाह गरीब नवाज सतगुरु पतित पावन भगत वत्सल किरपा दे खजाने धन साहिब श्री गुरु ग्रंथ साहिब जी महाराज हजूर दी परम कृपालता सदका इस सतसंगत दियां सुभाग घड़ियां दा समां आपां नूं प्राप्त होया है। पंथ वाली धन गुरु गोबिंद सिंह साहिब जी महाराज जी दे सतयुगी तप स्थान तखत सचखंड श्री हजूर
श्री अबचल नगर साहिब विखे ਇਹ ਸਤਸੰਗਤ ਕਰਨ ਦਾ ਲਾਭ, ਦਰਸ਼ਨ ਦਿਦਾਰਿਆਂ ਦਾ ਲਾਭ ਨਿਰੰਕਾਰ ਨੇ ਸਤਿਗੁਰੂ ਜੀ ਨੇ ਮਿਹਰ ਕਰਕੇ ਬਖਸ਼ਿਸ਼ ਕੀਤਾ। ਇਹ ਸਤਿਗੁਰੂ ਦੇ ਪਵਿੱਤਰ ਸ਼ਬਦ ਦੀ ਲੜੀਵਾਰ ਕਥਾ ਆਓ ਪਿਆਰ ਨਾਲ ਸਰਵਣ ਕਰੀਏ। ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੇ ਬੈਰਾਗਣ ਮਹਲਾ ਤੀਜਾ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹ 16ਵਾਂ ਸ਼ਬਦ ਮਹਾਰਾਜ ਜੀ ਉਚਾਰਨ ਕਰ ਰਹੇ ਹੈ। 15 ਸ਼ਬਦ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੰਪੂਰਨ ਹੋਏ ਹਨ। ਗੌੜੀ ਦੀ ਬੈਰਾਗਣ ਜਾਤੀ ਵਿੱਚ ਸੱਚੇ ਪਾਤਸ਼ਾਹ ਦੀਨ ਦਿਆਲ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਦੇ ਸ਼੍ਰੀ ਕੰਠ ਤੋਂ ਫਰਮਾਉਂਦੇ ਹਨ, ਸਭ ਜਗ ਕਾਲੈ ਵਸ ਹੈ। ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਮਹਾਰਾਜ ਤਖਤ ਤੇ ਸਜੇ ਹੋਏ ਹੈ। ਹਜ਼ੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸੰਸਾਰ ਦੀ ਕੀ ਹਾਲਤ ਹੈ, ਆਪ ਕਿਰਪਾ ਕਰਕੇ ਦੱਸੋ। ਤੇ ਸਿੱਖਾਂ ਦੀ ਬੇਨਤੀ ਸੁਣ ਕੇ ਹਜ਼ੂਰ ਫਰਮਾਉਂਦੇ ਹਨ, ਸਭ ਜਗ ਕਾਲੈ ਵਸ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰਸਿੱਖੋ ਇਹ ਸਾਰਾ ਜਗਤ ਹੀ ਕਾਲ ਦੇ ਵਸੀਕਾਰ ਹੈ, ਕਾਲ ਦੇ ਵਸ ਵਿੱਚ ਪਿਆ ਹੋਇਆ ਹੈ। ਆਪੋ ਆਪਣੀਆਂ ਉਮਰਾਂ ਨੂੰ ਭੋਗ ਕੇ ਜੀਵ ਸੰਸਾਰ ਤੋਂ ਕੂਚ ਕਰੀ ਜਾਂਦੇ ਹੈ। ਜਿੰਨੀਆਂ ਦੇਹਾਂ ਹਨ, ਇਹ ਜੋ ਸਥੂਲ ਤੇ ਸੂਖਸ਼ਮ ਸੰਸਾਰ ਹੈ, ਇਹ ਸਭ ਕਾਲ ਦੇ ਅਧੀਨ ਵਾਹਿਗੁਰੂ ਨੇ ਰੱਖਿਆ ਹੋਇਆ ਹੈ। ਸਭ ਨੂੰ ਕਾਲ ਵਿਆਪਦਾ ਹੈ। ਜੋ ਕੁਝ ਦਿਸਦਾ ਹੈ ਇੱਕ ਦਿਨ ਨਹੀਂ ਰਹੇਗਾ, ਕਿਉਂਕਿ ਕਾਲ ਦੇ ਚੱਕਰ ਵਿੱਚ ਸਭ ਕੁਝ ਹੀ ਸਾਧ ਸੰਗਤ ਜੀ ਸਮੇਟਿਆ ਜਾਂਦਾ ਹੈ। ਕਾਲ ਸਭ ਦਾ ਹੀ ਭਖਣ ਕਰ ਜਾਂਦਾ ਏ। ਹਜ਼ੂਰ ਕਹਿੰਦੇ ਸੰਸਾਰ ਦੀ ਗਤੀ ਤਾਂ ਗੁਰਸਿੱਖੋ ਕਾਲ ਦੇ ਅਧੀਨ ਹੈ। ਇੱਥੇ ਤਾਂ ਜੀਵ ਜਨਮਦੇ ਹੈ, ਮਰਦੇ ਹੈ, ਸਰੀਰਾਂ ਤੇ ਬਦਲਾਵ ਆਉਂਦਾ ਹੈ। ਇਹ ਸਾਰਾ ਸੰਸਾਰ ਹੀ ਕਾਲ ਦੇ ਵਸ ਹੈ। ਬਾਧਾ ਦੂਜੈ ਪਾਏ। ਮਹਾਰਾਜ ਜੀਵ ਕਾਲ ਦੇ ਵਸ ਕਿਉਂ ਪੈ ਗਿਆ? ਹਜ਼ੂਰ ਕਹਿੰਦੇ ਦੂਜੇ ਭਾਵ ਵਿੱਚ ਬੰਨਿਆ ਗਿਆ ਨਾ। ਸੰਸਾਰ ਨੂੰ ਹੀ ਵੇਖਦਾ, ਨਿਰੰਕਾਰ ਨੂੰ ਨਹੀਂ ਵੇਖਦਾ ਨਾ। ਮਾਇਆ ਦੇ ਮੋਹ 'ਚ ਹੀ ਵੱਜ ਗਿਆ ਨਾ। ਦੂਜੇ ਸਰੀਰ ਨੂੰ ਵੇਖ ਕੇ ਈਰਖਾ ਕਰਦਾ ਨਾ। ਇਹ ਦੂਜਾ ਭਾਵ ਹੈ। ਆਪਣਾ ਆਪਾ ਨਹੀਂ ਵੇਖਦਾ, ਆਤਮਾ ਸਰੂਪ ਨਹੀਂ ਵੇਖਦਾ। ਜਿਸ ਕਰਕੇ ਮਹਾਰਾਜ ਕਹਿੰਦੇ ਦੁਆਇਤ ਨੇ ਇਹਨੂੰ ਬੰਨ ਛੱਡਿਆ। ਤੇ ਹੈ ਤਾਂ ਜੰਮਣ ਮਰਨ 'ਚ ਨਹੀਂ ਹੈ ਤਾਂ ਪਰਮੇਸ਼ਰ ਦਾ ਹੀ ਸੁੱਧ ਸਰੂਪ, ਪਰ ਇਹ ਵਾਧਾ ਦੂਜਾ ਭਾਏ। ਦੂਜੇ ਭਾਵ ਵਿੱਚ ਦੁਆਇਤ ਵਿੱਚ ਮਹਾਰਾਜ ਕਹਿੰਦੇ ਵੱਜ ਗਿਆ, ਜਿਸ ਕਰਕੇ ਕਾਲ ਦੇ ਵਸ ਪੈ ਗਿਆ ਸਾਰਾ ਸੰਸਾਰ। ਹਉ ਮੈਂ ਕਰਮ ਕਮਾਵੰਦੇ। ਮਹਾਰਾਜ ਦੁਆਇਤ ਕਿਵੇਂ ਵਿਆਪਦੀ ਹੈ? ਹਜ਼ੂਰ ਕਹਿੰਦੇ ਹਉਮੈ ਵਿੱਚ ਸਾਰੇ ਕਰਮ ਕਰਦੇ। ਜਿਹੜਾ ਵੀ ਕਰਮ ਕਰਦੇ ਉਹਦੇ 'ਚ ਉਹਦੀ ਹਉ ਛੁਪੀ ਹੋਈ ਹੈ। ਕੋਈ ਵੀ ਕਰਮ ਕਰਦੇ ਹੈ, ਚਾਹੇ ਕਿਸੇ ਦੇ ਭਲੇ ਦਾ ਕਰਮ ਕਰਦੇ ਹੈ, ਚਾਹੇ ਨਾਮ ਜਪਣ ਦਾ ਹੀ ਕਰਮ ਕਰਦੇ, ਤਾਂ ਵੀ ਹਉ ਛੁਪੀ ਹੋਈ ਮੈਂ ਜਪਦਾ ਹਾਂ। ਤਾਂ ਦੁਆਇਤ ਵਿਆਪਦੀ ਰਹਿੰਦੀ ਹੈ। ਜਦੋਂ ਹਉ ਮਿਟਦੀ ਹੈ ਨਾ, ਮਹਾਰਾਜ ਮੈਂ ਨਹੀਂ ਜਪਣ ਦੇ ਸਮਰੱਥ, ਤੁਸੀਂ ਜਪਾ ਰਹੇ ਹੋ।
ਮਹਾਰਾਜ ਤੁਸੀਂ ਕਿਰਪਾ ਕਰਕੇ ਮੈਨੂੰ ਸਫਲਿਆਂ ਕਰ ਰਹੇ ਹੋ, ਕਿਉਂਕਿ ਨਾਮ ਜਪਣਾ ਸਾਧ ਸੰਗਤ ਜੀ ਆਪਣੇ ਹੱਥ ਹੈ ਹੀ ਨਹੀਂ। ਜੇ ਹੋਵੇ ਤਾਂ ਮਹਾਰਾਜ ਨੇ ਕਿਹਾ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ। ਇਹ ਜੀਵ ਵਿਛੜ ਕੇ ਕਿਉਂ ਰੋਣ ਪਰਮੇਸ਼ਰ ਤੋਂ, ਜੇ ਆਪਣੇ ਹੱਥ ਹੀ ਹੋਵੇ ਤੇ ਫਿਰ ਤਾਂ ਸਾਰੇ ਹੀ ਲੈ ਲੈਣ। ਇਸ ਕਰਕੇ ਹਉ ਛੁਪੀ ਹੋਈ ਹੈ ਹਰੇਕ ਕੰਮ ਦੇ ਅੰਦਰ ਕਿ ਮੈਂ ਕਰਤਾ ਹਾਂ, ਮੈਂ ਸਾਧੂ ਹਾਂ, ਮੈਂ ਗਿਆਨੀ ਹਾਂ, ਮੈਂ ਜੀ ਹਾਂ, ਮੈਂ ਸੰਸਾਰੀ ਹਾਂ, ਮੈਂ ਗ੍ਰਸਤੀ ਹਾਂ, ਮੈਂ ਬਰਕਤ ਹਾਂ, ਮੈਂ ਤਿਆਗੀ ਹਾਂ। ਹਉ ਛੁਪੀ ਹੋਈ ਹੈ। ਮਹਾਰਾਜ ਕਹਿੰਦੇ ਜਿਸ ਕਰਕੇ ਦੁਆਇਤ ਵਿਆਪ ਰਹੀ ਹੈ। ਹਜੂਰ ਫਰਮਾਉਂਦੇ ਹਨ, ਹਉ ਮੈਂ ਕਰਮ ਕਮਾਵੰਦੇ। ਜਿੰਨੇ ਵੀ ਕਰਮ ਕਮਾਉਂਦੇ ਕਮਾਉਂਦੇ ਆ ਉਹ ਹੰਕਾਰ ਵਿੱਚ ਹੀ ਹਜੂਰ ਕਹਿੰਦੇ ਕਮਾਉਂਦੇ ਆ, ਕਰਦੇ ਆ। ਮਨ ਮੁਖ ਮਿਲੈ ਸਜਾਏ। ਇਸ ਕਰਕੇ ਮਨਮੁਖਾਂ ਨੂੰ ਫਿਰ ਪਰਲੋਕ ਵਿੱਚ ਸਜ਼ਾਵਾਂ ਮਿਲਦੀਆਂ ਜੰਮਣ ਮਰਨ ਦੀਆਂ। ਮੇਰੇ ਮਨ ਗੁਰ ਚਰਣੇ ਚਿਤ ਲਾਏ। ਇਸ ਕਰਕੇ ਇਹ ਮੇਰੇ ਮਨਾ ਤੂੰ ਦਵੈਤ ਨੂੰ ਮੇਟਣ ਲਈ, ਕਾਲ ਤੋਂ ਬਚਣ ਲਈ, ਹਉ ਨੂੰ ਮੇਟਣ ਲਈ ਗੁਰੂ ਜੀ ਦੇ ਚਰਨਾਂ ਵਿੱਚ ਚਿੱਤ ਲਾ ਲੈ। ਆਪਣਾ ਮਨ ਗੁਰੂ ਸਾਹਿਬ ਦੇ ਸ਼ਬਦ ਨਾਲ ਲਾ, ਮਹਾਰਾਜ ਦੀ ਬਾਣੀ ਨਾਲ ਆਪਣੇ ਮਨ ਨੂੰ ਲਾ ਲੈ। ਇਹ ਸਤਿਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਆ। ਮਹਾਰਾਜ ਉੱਤਮ ਭਗਤੇ ਹੈ। ਮਨ ਦੇ ਪ੍ਰਥਾਏ ਹਜੂਰ ਕਹਿੰਦੇ ਹਨ ਕਿ ਇਹ ਮੇਰੇ ਮਨਾ ਤੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਆਪਣਾ ਚਿੱਤ ਲਾ ਲੈ, ਜੇ ਕਾਲ ਦੀ ਫਾਹੀ ਤੋਂ ਨਿਕਲਣਾ ਚਾਹੁੰਦਾ ਏ। ਗੁਰਮੁਖ ਨਾਮ ਨਿਧਾਨ ਲੈ। ਕਿਉਂਕਿ ਜਿਹੜੇ ਗੁਰਮੁਖ ਮਹਾਰਾਜ ਦੇ ਚਰਨਾਂ ਨਾਲ ਚਿੱਤ ਲਾਉਂਦੇ ਆ ਨਾ, ਉਹ ਨਾਮ ਦਾ ਨਿਧਾਨ ਖਜ਼ਾਨਾ ਲੈ ਲੈਂਦੇ ਆ ਮਹਾਰਾਜ ਦੇ ਕੋਲੋਂ। ਦਰਗਾਹ ਲੈ ਛਡਾਏ। ਉਹ ਨਾਮ ਫਿਰ ਉਹਨਾਂ ਨੂੰ ਦਰਗਾਹ ਵਿੱਚ ਛਡਾ ਲੈਂਦਾ ਹੈ। ਉਹਨਾਂ ਨੂੰ ਨਹੀਂ ਮਾਰ ਪੈਂਦੀ, ਉਹਨਾਂ ਨੂੰ ਨਹੀਂ ਜੰਮਣ ਮਰਨ ਵਿੱਚ ਸਜ਼ਾਵਾਂ ਸਹਾਰਨੀਆਂ ਪੈਂਦੀਆਂ। ਉਹ ਨਾਮ ਜਿਹੜਾ ਨਾ ਉਹਨਾਂ ਦਾ ਫਿਰ ਬੇਲੀ ਹੋ ਕਰਕੇ ਨਾਲ ਚੱਲਦਾ ਹੈ। ਜਿਹੜੇ ਗੁਰਮੁਖ ਬਣ ਕੇ ਸਤਿਗੁਰਾਂ ਦੇ ਚਰਨੀ ਲੱਗਦੇ ਐ, ਮਹਾਰਾਜ ਕੋਲੋਂ ਉਹਨਾਂ ਨੂੰ ਨਾਮ ਦਾ ਨਿਧਾਨ ਖਜ਼ਾਨਾ ਮਿਲ ਜਾਂਦਾ ਹੈ। ਤੇ ਫਿਰ ਉਹ ਨਾਮ ਦਰਗਾਹ ਲਏ ਛਡਾਏ। ਦਰਗਾਹ ਦੇ ਅੰਦਰ ਉਹ ਜਪਿਆ ਹੋਇਆ ਨਾਮ ਛਡਾ ਲੈਂਦਾ ਏ, ਰੱਖਿਆ ਕਰਦਾ ਏ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਲੱਖ 84 ਪਰਮ ਦੇ। 84 ਲੱਖ ਮਹਾਰਾਜ ਕਹਿੰਦੇ ਭਾਈ ਜੂਨਾਂ ਵਿੱਚ ਜਾ ਕੇ ਜੀਵ ਜਿਹੜੇ ਆ ਨਾ ਭਰਮ ਦੇ ਰਹਿੰਦੇ ਆ, ਗੁਰੂ ਜੀ ਤੋਂ ਬੇਮੁਖ ਹੋਏ। ਇੱਕ ਜੂਨ ਕਿੰਨੀ ਕੁ ਵਾਰੀ ਭੋਗਣੀ ਪੈਂਦੀ ਹੈ, ਗਿਣਤੀ ਕੋਈ ਨਹੀਂ ਹੈ। ਤੇ ਇਹ 84 ਲੱਖ ਜੂਨਾਂ ਹਨ ਜਿਨ੍ਹਾਂ ਵਿੱਚ ਮਹਾਰਾਜ ਕਹਿੰਦੇ ਬੇਮੁਖ ਪ੍ਰਾਣੀ ਜਿਹੜੇ ਆ ਭਰਮਾਏ ਜਾਂਦੇ ਆ, ਸਦਾ ਹੀ ਭਟਕਦੇ ਰਹਿੰਦੇ ਆ। ਮਨ ਹਠ ਆਵੈ ਜਾਏ। ਪਰ ਮਨ ਦਾ ਹੱਠ ਫਿਰ ਵੀ ਨਹੀਂ ਛੱਡਦੇ। ਮਨ ਦੇ ਹੱਠ ਕਰਕੇ ਹੀ ਹਜੂਰ ਕਹਿੰਦੇ ਆਉਂਦੇ ਆ, ਜਨਮ ਲੈ ਕੇ ਮਰ ਕੇ ਚਲੇ ਜਾਂਦੇ ਆ। ਜੀਵ ਨੂੰ ਇਹ ਭਰਮ ਹੀ ਨਹੀਂ ਮਿਟਦਾ ਕਿ ਮੈਂ ਕੁਝ ਨਹੀਂ ਕਰਨ ਦੇ ਯੋਗ। ਇਹ ਭਰਮ ਹੀ ਪਿਆ ਰਹਿੰਦਾ ਕਿ ਮੈਂ ਕਰ ਸਕਦਾ ਹਾਂ, ਮੈਨੂੰ ਪਤਾ ਹੈ, ਮੈਨੂੰ ਸਮਝ ਹੈ ਸਾਰੀ। ਇਸੇ ਤਰ੍ਹਾਂ ਇਹ ਹਉ ਜੀਵ ਨੂੰ ਵਿਆਪਦੀ ਰਹਿੰਦੀ ਹੈ। ਮਨ ਦੇ ਹੱਠ ਕਰਕੇ ਕਰਮ ਕਰਦਾ ਜਿਹੜਾ ਵੀ ਕਰਦਾ ਹੈ। ਮਨ ਦਾ ਹੱਠ ਇਸ ਦਾ ਉਹ ਇਹਨੂੰ ਬਾਰ-ਬਾਰ ਜਨਮ ਦਿੰਦਾ ਹੈ। ਮਨ ਦਾ ਹੱਠ ਹੀ ਹੈ ਨਾ, ਜਿਸ ਕਰਕੇ ਕਹਿੰਦੇ ਆ ਜਿਵੇਂ ਮੇਰਾ ਮਨ ਕਹੂਗਾ ਮੈਂ ਉਵੇਂ ਕਰੂੰਗਾ। ਗੁਰਮਤਿ ਨਹੀਂ ਧਾਰਨ ਕਰਦੇ, ਗੁਰੂ ਜੀ ਦੇ ਉਪਦੇਸ਼ ਨੂੰ ਨਹੀਂ ਸੁਣਦੇ, ਕਹਿੰਦੇ ਜਿਵੇਂ ਮਨ ਕਰੂਗਾ ਉਵੇਂ ਕਰੂੰਗਾ। ਤੇ ਫਿਰ ਜਨਮ ਲੈ ਕੇ ਆਉਣਾ ਸੰਸਾਰ 'ਚ, ਮਰਨਾ ਹੀ ਹੈ। ਇੱਥੇ ਸਰੀਰ ਦੇਹ ਮਿਲੀ ਹੈ ਤਾਂ ਫਿਰ ਸਤਿਗੁਰੂ ਜੀ ਕਹਿੰਦੇ ਮਨ ਦਾ ਹੱਠ ਹੈ। ਜਿਹੜੇ ਮਨ ਦੇ ਪਿੱਛੇ ਲੱਗ ਕਰਕੇ ਤੁਰਦੇ ਆ ਨਾ, ਗੁਰੂ ਜੀ ਦੀ ਸਿੱਖਿਆ ਨਹੀਂ ਮੰਨਦੇ, ਉਪਦੇਸ਼ ਨੂੰ ਨਹੀਂ ਮੰਨਦੇ, ਉਹ ਮਨ ਹੱਠ ਵਾਲੇ ਲੋਕ ਹਜੂਰ ਕਹਿੰਦੇ ਨੇ ਆਉਂਦੇ ਜਾਂਦੇ ਰਹਿੰਦੇ ਆ। 84 ਲੱਖ ਭੋਗਦੇ ਆ ਜੂਨਾਂ ਨੂੰ, ਭਟਕਦੇ ਆ, ਬਹੁਤ ਦੁੱਖ ਪਾਉਂਦੇ ਆ। ਗੁਰ ਕਾ ਸ਼ਬਦ ਨਾ ਚੀਨਿਓ। ਗੁਰੂ ਸਾਹਿਬ ਦੇ ਸ਼ਬਦ ਨੂੰ ਚੀਨਿਆ ਹੀ ਨਹੀਂ, ਜਾਣਿਆ ਹੀ ਨਹੀਂ, ਖੋਜਿਆ ਹੀ ਨਹੀਂ। ਖੋਜ ਤਾਂ ਲੱਗੀ ਰਹੀ ਮਾਇਆ ਦੀ ਕਿਵੇਂ ਪ੍ਰਾਪਤ ਹੋਵੇਗੀ, ਖੋਜ ਤਾਂ ਲੱਗੀ ਰਹੀ ਸੰਸਾਰ ਦੀ ਕਿ ਸੰਸਾਰ ਕੀ ਹੈ। ਗੁਰੂ ਸਾਹਿਬ ਦੇ ਸ਼ਬਦ ਨੂੰ ਖੋਜਿਆ ਹੀ ਨਹੀਂ। ਜੇ ਖੋਜ ਲੈਂਦਾ ਤੇ ਮਹਾਰਾਜ ਕਹਿੰਦੇ ਨੇ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੈ। ਫਿਰ ਮਿਲਣਾ ਚਾਹੁੰਦਾ ਵਾਹਿਗੁਰੂ ਨੂੰ ਤਾਂ ਖੋਜ ਲੈ ਸ਼ਬਦ ਚੋਂ, ਪਰ ਖੋਜਿਆ ਹੀ ਨਹੀਂ। ਸ਼ਬਦ ਨੂੰ ਮਹਾਰਾਜ ਕਹਿੰਦੇ ਨਹੀਂ ਚੀਨਿਆ।
ਸ਼ਬਦ ਬ੍ਰਹਮ ਨੂੰ ਨਹੀਂ ਚੀਨਿਆ। ਸ਼ਬਦ ਗੁਰੂ ਜੀ ਦਾ ਉਪਦੇਸ਼ ਜਿਹੜਾ ਸਿੱਖਿਆ ਹੈ, ਉਪਦੇਸ਼ ਮਹਾਰਾਜ ਜੀ ਦਾ, ਉਹ ਸਾਧ ਸੰਗਤ ਜੀ ਨਹੀਂ ਜਾਣਿਆ, ਨਹੀਂ ਖੋਜਿਆ। ਫੇਰ ਫੇਰ ਜੋ ਨੇ ਪਾਏ। ਤੇ ਫਿਰ ਇਹਦੇ ਫਲ ਸਰੂਪ ਕੀ ਹੁੰਦਾ? ਜਦੋਂ ਸ਼ਬਦ ਨਾਲ ਜੁੜਿਆ ਹੀ ਨਹੀਂ, ਫਿਰ ਬਾਰ-ਬਾਰ ਜੂਨੀਆਂ ਚ ਪਾਇਆ ਜਾਂਦਾ ਹੈ। ਜਿਹੜੀ ਦੇਹ ਵਿੱਚ ਜਾਂਦਾ ਉੱਥੇ ਹੀ ਫਸ ਜਾਂਦਾ ਹੈ, ਛੱਡਣਾ ਨਹੀਂ ਚਾਹੁੰਦਾ ਉਸ ਦੇਹ ਨੂੰ। ਕਹਿ ਲੋ ਕਿੰਨੀਆਂ ਨਖਿੱਧ ਜੂਨਾਂ ਜਿਹੜੀਆਂ ਗੰਦਗੀ 'ਚ ਲਿਬੜੀਆਂ ਰਹਿੰਦੀਆਂ ਹਨ, ਤੇ ਸੂਰ ਬਣ ਕੇ ਜਨਮ ਲਏ, ਕਿਉਂ ਰੋੜੀਆਂ ਤੇ ਗੰਦਗੀ ਖਾਣੀ। ਕਿਹੋ ਜਿਹੇ ਭੈੜੇ ਜਨਮ ਹੈ। ਗਧਿਆਂ ਦੀਆਂ ਜੂਨਾਂ, ਕਾਮਾਂ ਦੀਆਂ ਜੂਨਾਂ, ਇਹ ਕਿਹੋ ਜਿਹੀਆਂ ਦੁਖਦਾਈ ਜੂਨਾਂ। ਫਿਰ ਪ੍ਰੇਤ ਪਿੰਜਰ ਮੈਂ ਕਸ਼ਟ ਕਨੇਰੇ ਮਹਾਰਾਜ ਆਖਿਆ ਹੈ। ਫਿਰ ਜੂਨੀ ਪਾਏ। ਗੁਰੂ ਜੀ ਤੋਂ ਬੇਮੁਖ ਹੋਏ ਨੂੰ ਬਾਰ-ਬਾਰ ਜੂਨੀਆਂ 'ਚ ਸਾਧ ਸੰਗਤ ਜੀ ਪਾਇਆ ਜਾਂਦਾ ਹੈ। ਜੇ ਗੁਰੂ ਸਾਹਿਬ ਦੇ ਸ਼ਬਦ ਨੂੰ ਨਹੀਂ ਚੀਨਿਆ ਤਾਂ ਇਹ ਮਨੁੱਖਾ ਜਨਮ ਮਿਲਿਆ। ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ। ਮਹਾਰਾਜ ਦੇ ਉਪਦੇਸ਼ ਦੇ ਅਨੁਸਾਰ ਆਪਣਾ ਜੀਵਨ ਜਿਉਣਾ ਚਾਹੀਦਾ। ਹੁਣ ਤਾਂ ਜੀ ਭੁਲੇਖੇ 'ਚ ਪਿਆ ਹੁੰਦਾ, ਕੀ ਕਾ ਹੋਣ ਲੱਗਾ ਹੈ, ਮੈਨੂੰ ਕੀ ਹੋ ਚੱਲਿਆ, ਆਪ ਹੁਦਰੀਆਂ ਕਰਦੇ ਐ। ਪਰ ਸਾਧ ਸੰਗਤ ਜੀ ਮਹਾਰਾਜ ਨੇ ਕਿਹਾ ਕਿ ਫਿਰ ਜੂਨੀ ਪਾਏ। ਜਦੋਂ ਸਜ਼ਾ ਮਿਲਦੀ ਹੈ ਫਿਰ ਦੁਆਥੜਾ ਮਾਰਦਾ, ਫਿਰ ਪਛਤਾਉਂਦਾ। ਬਾਰ-ਬਾਰ ਹਜੂਰ ਕਹਿੰਦੇ ਜੂਨੀਆਂ ਵਿੱਚ ਪਟਕਾਏ ਜਾਂਦੇ ਆ ਜਿਹੜੇ ਸ਼ਬਦ ਤੋਂ ਬੇਮੁਖ ਹੁੰਦੇ ਆ। ਗੁਰਮੁਖ ਆਪ ਪਛਾਣਿਆ। ਧੰਨ ਹਨ ਗੁਰਮੁਖ ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣਿਆ ਹੈ, ਆਪਣੇ ਆਪੇ ਨੂੰ, ਆਪਣੇ ਸਰੂਪ ਨੂੰ, ਵਾਸਤਵ ਸਰੂਪ ਨੂੰ ਜਿਨ੍ਹਾਂ ਨੇ ਗੁਰੂ ਜੀ ਦੇ ਸ਼ਬਦ ਦੀ ਕਮਾਈ ਨਾਲ ਪਹਿਚਾਣਿਆ ਏ। ਹਰ ਨਾਮ ਵਸਿਆ ਮਨ ਆਏ। ਉਹਨਾਂ ਦੇ ਮਨ ਦੇ ਅੰਦਰ ਹਰੀ ਦਾ ਨਾਮ ਆ ਕਰਕੇ ਵਸ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸ਼ਬਦ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਤਾਂ ਦੇਹ ਨਹੀਂ ਹਾਂ, ਮੈਂ ਜੰਮਣ ਮਰਨ ਵਿੱਚ ਨਹੀਂ ਹਾਂ। ਉਹਨਾਂ ਨੇ ਆਪਣੇ ਆਤਮਿਕ ਸਰੂਪ ਨੂੰ ਪਹਿਚਾਣ ਲਿਆ। ਤੇ ਜਦੋਂ ਆਤਮਾ ਦਾ ਸਰੂਪ ਲੱਭਦਾ ਨਾ, ਤਾਂ ਸਤਿਗੁਰੂ ਜੀ ਕਹਿੰਦੇ ਨਾਮ ਹਿਰਦੇ ਵਿੱਚ ਆ ਕਰਕੇ ਵਸ ਜਾਂਦਾ ਹੈ। ਕਿਉਂਕਿ ਦੇਹਾਂ ਦੇ ਅੰਦਰ ਸਾਧ ਸੰਗਤ ਜੀ ਦੁੱਖ ਹੀ ਦੁੱਖ ਵੈ। ਇਹ ਖਟ ਵਕਾਰ ਦੇਹ ਦੇ ਅੰਦਰ ਹੈ, ਆਤਮਾ ਦੇ ਅੰਦਰ ਖਟ ਵਕਾਰ ਨਹੀਂ ਹੈ। ਆਤਮਾ ਨੂੰ ਭੁੱਖ ਨਹੀਂ ਲੱਗਦੀ, ਤੇ ਨਹੀਂ ਲੱਗਦੀ, ਨੀਂਦ ਨਹੀਂ ਆਉਂਦੀ, ਉਹ ਤਾਂ ਜਾਗਦੀ ਹੈ ਸਦਾ ਹੀ। ਆਤਮਾ ਮਰਦੀ ਨਹੀਂ, ਜੰਮਦੀ ਨਹੀਂ ਹੈ। ਇਹ ਖਟ ਵਕਾਰ ਜਿਹੜੇ ਆ ਦੇਹ ਦੇ ਅੰਦਰ ਹੀ ਹੈ। ਤੇ ਜਦੋਂ ਉਹਨਾਂ ਨੇ ਪਹਿਚਾਣ ਲਿਆ ਹੈ ਆਪਣੇ ਆਤਮਿਕ ਸਰੂਪ ਨੂੰ, ਮਹਾਰਾਜ ਕਹਿੰਦੇ ਤਾਂ ਪਹਿਚਾਣ ਆਉਂਦੀ ਹੈ ਜਦੋਂ ਨਾਮ ਹਿਰਦੇ 'ਚ ਹੀ ਵਸਾ ਲਈਏ। ਵਾਹਿਗੁਰੂ ਮੰਤਰ ਨੂੰ ਜਦੋਂ ਹਿਰਦੇ 'ਚ ਹੀ ਧਾਰਨ ਕਰ ਲਈਏ। ਧੰਨ ਹੋ ਗੁਰਮੁਖ ਜਿਨ੍ਹਾਂ ਨੇ ਗੁਰੂ ਜੀ ਦੇ ਸ਼ਬਦ ਨਾਲ ਪ੍ਰੇਮ ਕੀਤਾ ਹੈ ਤੇ ਆਪਣੇ ਅੰਦਰ ਨਾਮ ਨੂੰ ਵਸਾ ਕਰਕੇ ਆਪਣੇ ਆਤਮਿਕ ਸਰੂਪ ਨੂੰ ਪਹਿਚਾਣ ਲਿਆ ਏ। ਅਨ ਦਿਨ ਭਗਤੇ ਰਤਿਆ। ਉਹ ਰਾਤ ਦਿਨ ਪ੍ਰੇਮਾ ਭਗਤੀ ਦੇ ਰੰਗ ਵਿੱਚ, ਆਨੰਦ ਵਿੱਚ ਰੰਗੇ ਰਹਿੰਦੇ ਆ। ਹਰ ਨਾਮੇ ਸੁਖ ਸਮਾਏ। ਹਰੀ ਦੇ ਨਾਮ ਦੇ ਨਾਲ ਨਾ ਆਤਮਿਕ ਆਨੰਦ ਦੇ ਸੁਖ ਵਿੱਚ ਉਹ ਸਮਾ ਜਾਂਦੇ ਆ। ਉਹਨਾਂ ਨੂੰ ਪਤਾ ਹੈ ਕਿ ਜਿਹੜਾ ਆਨੰਦ ਦਾ ਸੋਮਾ ਹੈ ਇਹ ਮਹਾਰਾਜ ਜੀ ਦਾ ਨਾਮ ਹੈ। ਜੋ ਸੁਖ ਹੈ ਇਹ ਸ਼ਬਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੱਖਿਆ ਹੋਇਆ ਹੈ। ਇਸ ਕਰਕੇ ਉਹ ਸ਼ਬਦ ਨੂੰ ਨਹੀਂ ਤਿਆਗਦੇ। ਮਨ ਕਰਕੇ, ਬਿਰਤੀ ਕਰਕੇ, ਭਾਵੇਂ ਬਾਹਰੋਂ ਵਿਹਾਰ ਕਰਦੇ ਐ, ਮਨ ਉਹਨਾਂ ਦਾ ਸ਼ਬਦ ਵਿੱਚ ਹੀ ਲੱਗਾ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਹਰ ਨਾਮੇ ਸੁਖ ਸਮਾਏ। ਹਰੀ ਦੇ ਨਾਮ ਕਰਕੇ ਸੁਖ ਸਰੂਪ ਪਰਮੇਸ਼ਰ ਵਿੱਚ ਸਮਾ ਜਾਂਦੇ ਆ। ਮਨ ਸ਼ਬਦ ਮਰੈ ਪਰਤੇਤ ਹੋਏ। ਜਦੋਂ ਗੁਰੂ ਜੀ ਦੇ ਸ਼ਬਦ ਦੀ ਕਮਾਈ ਕਰਕੇ ਮਨ ਦਾ ਮੰਦਾ ਸੁਭਾਅ ਮਰ ਜਾਂਦਾ ਹੈ ਨਾ, ਉਦੋਂ ਸਾਧ ਸੰਗਤ ਜੀ ਪ੍ਰਤੀਤ ਅੰਦਰ ਭਰੋਸਾ ਆ ਜਾਂਦਾ ਹੈ। ਉਦੋਂ ਵਾਹਿਗੁਰੂ ਜੀ ਸਪਰਸ਼ ਦੇਣ ਲੱਗ ਪੈਂਦੇ ਆਪਣਾ। ਨਹੀਂ ਤਾਂ ਅਗਿਆਨ ਕਾਲ ਵਿੱਚ ਕਹਿੰਦਾ ਕਿੱਥੇ ਹੈ ਪਰਮੇਸ਼ਰ। ਤੇ ਜਦੋਂ ਪ੍ਰਾਪਤੀ ਹੁੰਦੀ ਹੈ, ਪ੍ਰਤੀਤ ਆਉਂਦੀ ਹੈ, ਨਿਸ਼ਚਾ ਆਉਂਦਾ ਹੈ, ਉਦੋਂ ਕਹਿੰਦਾ ਕਿਹੜੀ ਥਾਂ ਹੈ ਜਿੱਥੇ ਪਰਮੇਸ਼ਰ ਨਹੀਂ। ਉਹ ਤਾਂ ਸਭ ਥਾਵਾਂ ਤੇ ਬਿਰਾਜਮਾਨ ਹੈ, ਸਭ ਥਾਵਾਂ ਤੇ ਮਿਲਿਆ ਹੋਇਆ ਹੈ। ਇਹ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ, ਸ਼ਬਦ ਸਿੱਖਿਆ ਨੂੰ ਕਮਾ ਕਰਕੇ, ਉਪਦੇਸ਼ ਨੂੰ ਕਮਾ ਕਰਕੇ ਮਨ ਦਾ ਮੰਦਾ ਸੁਭਾਅ ਮਰ ਜਾਂਦਾ ਹੈ। ਜਿਹੜਾ ਮਨ ਹਰ ਵੇਲੇ ਸਾਧ ਸੰਗਤ ਜੀ ਚੋਰੀ ਜਿਹੜੇ ਆ ਨਾ ਵਕਾਰ ਹਮਲਾ ਕਰਦੇ ਆ, ਪਤਾ ਹੀ ਨਹੀਂ ਲੱਗਣ ਦਿੰਦੇ ਕਦੋਂ ਫੁਰਨਾ ਆ ਕੇ ਫੁਰ ਜਾਂਦਾ ਹੈ। ਪਰ ਉਹ ਗੁਰਮੁਖ ਵੇਖ ਲੈਂਦੇ ਆ ਜਿਤ ਮਿਰਗ ਪਰਤ ਹੈ ਚੋਰੀ। ਵੀ ਜਿੱਥੇ ਚੋਰੀ ਇਹ
ਜਿਵੇਂ ਸਾਧ ਸੰਗਤ ਜੀ ਹਿਰਨ ਜਿਹੜੇ ਆ ਉਹ ਹਰੀ ਹਰੀ ਘਾਹ ਨੂੰ ਪੈਂਦੇ ਆ ਨਾ, ਇਵੇਂ ਇਹ ਵਕਾਰਾਂ ਰੂਪੀ ਜਿਹੜੇ ਹਿਰਨ ਮੈਂ ਵਿਸ਼ਿਆਂ ਵਕਾਰਾਂ ਰੂਪੀ ਹਰੀ ਹਰੀ ਘਾਹ ਨੂੰ ਪੈਂਦੇ। ਉਹ ਮਹਾਰਾਜ ਸੱਚੇ ਪਾਤਸ਼ਾਹ ਦਿਖਾ ਦਿੰਦੇ ਆ ਵੀ ਕਿਵੇਂ ਇਹ ਤੇਰੇ ਉੱਤੇ ਚੋਰੀ ਹਮਲਾ ਕਰਦੇ ਆ। ਤੇ ਫਿਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਸ਼ਬਦ ਨਾਲ ਪਤਾ ਲੱਗਣ ਲੱਗ ਜਾਂਦਾ ਹੈ, ਫਿਰ ਇਹਨਾਂ ਦਾ ਮੁਕਾਬਲਾ ਕਰਦਾ। ਇਹ ਵੀ ਦਿਨ ਆਉਂਦਾ ਜਦੋਂ ਫਿਰ ਮੰਦਾ ਸੁਭਾਅ ਮਨ ਦਾ ਮਰ ਹੀ ਜਾਂਦਾ ਹੈ। ਜਦੋਂ ਮੰਦਾ ਸੁਭਾਅ ਮਰ ਜਾਂਦਾ ਮਨ ਦਾ, ਉਦੋਂ ਫਿਰ ਸਾਧ ਸੰਗਤ ਜੀ ਇਹ ਦਾਤ ਹਜੂਰ ਕਹਿੰਦੇ ਪ੍ਰਾਪਤ ਹੁੰਦੀ ਹੈ। ਫਿਰ ਪੜ੍ਹਦੇ ਹੋ ਮਨ ਸ਼ਬਦ ਮਰੈ ਪ੍ਰਤੀਤ ਹੋਏ। ਫਿਰ ਭਰੋਸਾ ਆ ਜਾਂਦਾ, ਪ੍ਰਤੀਤ ਆ ਜਾਂਦੀ ਹੈ, ਨਿਸ਼ਚਾ ਆ ਜਾਂਦਾ ਵਾਹਿਗੁਰੂ ਜੀ ਦੇ ਸਰੂਪ ਉੱਪਰ। ਹਉਮੈ ਤਜੇ ਵਿਕਾਰ। ਹਉਮੈ ਆਦਿਕ ਜਿੰਨੇ ਵਿਕਾਰ ਹਨ ਸਾਰੇ ਫਿਰ ਉਹ ਸਾਧ ਸੰਗਤ ਜੀ ਛੱਡ ਦਿੰਦਾ ਹੈ। ਅਥਵਾ ਜਿਹੜੇ ਹਉਮੈ ਆਦਿ ਵਿਕਾਰ ਹੈ ਨਾ, ਉਹ ਵੀ ਉਹਨੂੰ ਤਜ ਦਿੰਦੇ, ਛੱਡ ਦਿੰਦੇ ਆ ਕਿ ਪਰਾਂ ਇਹ ਹੁਣ ਸਾਨੂੰ ਵਰਤਦਾ ਹੀ ਨਹੀਂ ਤੇ ਇਹ ਭਾਈ ਸਾਡੇ ਕਾਬੂ ਤੋਂ ਬਾਹਰ ਚਲੇ ਗਿਆ। ਉਹ ਵੀ ਵਿਕਾਰ ਕਾਮ ਆਦਿਕ ਜਿਹੜੇ ਆ ਉਹਨੂੰ ਛੱਡ ਕੇ ਪਰਾਂ ਹੀ ਚਲੇ ਜਾਂਦੇ। ਨਹੀਂ ਤਾਂ ਜੀਵ ਨੂੰ ਚਿੰਬੜੇ ਰਹਿੰਦੇ, ਜਿਹੜਾ ਆਪਣੇ ਮਿੱਤਰ ਇਹਨਾਂ ਨੂੰ ਬਣਾਈ ਰੱਖਦਾ ਹੈ, ਜਿਹੜਾ ਇਹਨਾਂ ਨਾਲ ਵਾਹ ਵਾਸਤਾ ਰੱਖਦਾ। ਹੁਣ ਤੁਸੀਂ ਕਿਸੇ ਦਾ ਹਾਲ ਚਾਲ ਪੁੱਛਦੇ ਹੋ ਬਾਰ-ਬਾਰ ਤੇ ਉਹਨੂੰ ਪਤਾ ਮੇਰੀ ਪੁੱਛ ਪੜਤਾਲ ਕਰਦੇ ਹੋ, ਮਿੱਤਰਤਾ ਪਾਈ ਰੱਖਦਾ ਹੈ। ਜੇ ਤੁਸੀਂ ਉਹਦੀ ਪੁੱਛ ਪੜਤਾਲ ਹੀ ਕਰਨੀ ਛੱਡ ਦੋ, ਉਹਦੇ ਨਾਲ ਮੇਲ ਮਿਲਾਪ ਹੀ ਕਰਨਾ ਛੱਡ ਦੋ, ਉਹਨੂੰ ਬੁਲਾਓ ਹੀ ਨਾ, ਉਹਨਾਂ ਆਪ ਹੀ ਉਪਰਾਮ ਹੋ ਕੇ ਕਹਿਣਾ ਕਿ ਮੇਰੇ ਨਾਲ ਤੇ ਇਹਦਾ ਮੇਲ ਜੋਲ ਹੀ ਨਹੀਂ ਰਿਹਾ ਤੇ ਆਪਾਂ ਚੱਲੀਏ, ਇੱਥੇ ਕੀ ਕਰਨਾ। ਇਸੇ ਤਰ੍ਹਾਂ ਵਿਕਾਰਾਂ ਨਾਲ ਉਹਨਾਂ ਦਾ ਮੇਲ ਜੋਲ ਹੀ ਨਹੀਂ ਰਹਿੰਦਾ। ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਬੁਲਾਉਂਦੇ ਤੱਕ ਨਹੀਂ, ਭਾਵ ਬੁਲਾਉਂਦੇ ਕਿ ਮਨ 'ਚ ਫੁਰਨਾ ਹੀ ਨਹੀਂ ਉਹਨਾਂ ਦਾ ਆਉਣ ਦਿੰਦੇ। ਫਿਰ ਉਹ ਵੀ ਅਭਾਵ ਹੀ ਹੋ ਜਾਂਦੇ, ਕਹਿੰਦੇ ਕਿ ਛੱਡੀਏ ਤਾਂ ਸਾਨੂੰ ਵਰਤਦਾ ਹੀ ਨਹੀਂ ਹੁਣ, ਤੇ ਦੇਹ ਨੂੰ ਤਜ ਦਿੰਦੇ ਆ, ਫਿਰ ਦੇਹ ਨੂੰ ਵੀ ਛੱਡ ਦਿੰਦੇ ਆ। ਮਹਾਰਾਜ ਜੀ ਨੇ ਕਿਹਾ ਕਿ ਕਾਮ ਕ੍ਰੋਧ ਜਿਹ ਪਰਸੈ ਨਾ ਹਨ ਤੇਹ ਘਟ ਬ੍ਰਹਮ ਨਿਵਾਸਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਕ ਨੇ, ਉਹਦੇ ਅੰਦਰ ਕਹਿੰਦੇ ਮੇਰੇ ਵਾਹਿਗੁਰੂ ਦਾ ਵਾਸ ਹੈ, ਜਿਹਨੂੰ ਕਾਮ ਤੇ ਕ੍ਰੋਧ ਥੋੜਾ ਮਾਤਰ ਵੀ ਨਹੀਂ ਪਰਸ ਪਾਉਂਦੇ ਹਨ। ਉੱਥੇ ਕਿਉਂ ਨਹੀਂ ਪਰਸ ਪਾਉਂਦੇ? ਕਿਉਂਕਿ ਉੱਥੇ ਬ੍ਰਹਮ ਆਪ ਵਸਿਆ ਹੋਇਆ। ਵਾਹਿਗੁਰੂ ਦੇ ਵਿੱਚ ਨਹੀਂ ਸਾਧ ਸੰਗਤ ਜੀ ਇਹ ਵਕਾਰ ਹੈਗੇ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਹਉਮੈ ਤਜੇ ਵਿਕਾਰ। ਹਉਮੈ ਆਦਿਕ ਜਿੰਨੇ ਵਿਕਾਰ ਹਨ ਸਾਰੇ ਉਹਨਾਂ ਨੇ ਤਜ ਦਿੱਤੇ ਆ। ਵਿਕਾਰ ਉਹਨਾਂ ਨੂੰ ਤਜ ਕੇ ਛੱਡ ਕੇ ਚਲੇ ਜਾਂਦੇ ਆ। ਜਨ ਨਾਨਕ ਕਰਮੇ ਪਾਈਆਨ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਰਮੀ ਬਖਸ਼ਿਸ਼ ਨਾਲ ਪ੍ਰਾਪਤੀ ਹੁੰਦੀ ਹੈ। ਗੁਰਮੁਖ ਜਦੋਂ ਨਿਸ਼ਕਾਮ ਕਰਮਾਂ ਦੇ ਸਦਕਾ ਮਹਾਰਾਜ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਕਰਦੇ ਐ, ਗੁਰੂ ਸਾਹਿਬ ਦੀ ਕਰਮੀ ਬਖਸ਼ਿਸ਼ ਦੇ ਨਾਲ ਹੀ ਇਹ ਦਾਤਾਂ ਪ੍ਰਾਪਤ ਹੁੰਦੀਆਂ, ਪਾਈ ਦੀਆਂ ਨੇ ਨਾਮ ਦੀਆਂ। ਹਰ ਨਾਮ ਭਗਤ ਭੰਡਾਰ। ਕਿਹੜੀਆਂ ਦਾਤਾਂ? ਹਰੀ ਦੇ ਨਾਮ ਦੀਆਂ, ਪ੍ਰੇਮਾ ਭਗਤੀ ਦੇ ਭੰਡਾਰ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮਿਲਦੀਆਂ। ਗੁਰਸਿੱਖੋ, ਜਦੋਂ ਗੁਰੂ ਨਾਨਕ ਸਾਹਿਬ ਜੀ ਤੁਰਠ ਜਾਣ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤੁਰਠਣ, ਤਾਂ ਫਿਰ ਭਗਤੀ ਦਾ ਭੰਡਾਰ ਹੀ ਪ੍ਰਾਪਤ ਹੋ ਜਾਂਦਾ ਹੈ। ਨਾਮ ਦੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਕਿਰਪਾ ਕਰਕੇ ਕਰ ਦਿੰਦੇ ਆ। ਗੌੜੇ ਬੈਰਾਗਣ ਮਹਲਾ ਤੀਜਾ। ਗੌੜੀ ਦੀ ਬੈਰਾਗਣ ਜਾਤੀ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਪੇੜਾ ਦਿਨ ਚਾਰ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਜਦੋਂ ਸਾਧ ਸੰਗਤ ਜੀ ਲੜਕੀ ਜਵਾਨ ਹੋ ਜਾਂਦੀ ਹੈ ਨਾ, ਤੇ ਫਿਰ ਪਈੜਾ ਦਿਨ ਚਾਰ ਹੈ। ਪੇਕੇ ਘਰ ਉਹਦੇ 4 ਦਿਨ ਹੀ ਹੁੰਦੇ ਆ, ਕਿਉਂਕਿ ਨਿਸ਼ਚੇ ਵਾਚਕ ਹੁੰਦਾ ਨਾ ਕਿ ਲੜਕੀ ਨੂੰ ਹੁਣ ਵਿਆਹ ਦੇਣਾ ਹੈ, ਸਹੁਰੇ ਘਰ ਉਹਨੂੰ ਜਾਣਾ ਹੀ ਹੈ। ਮਹਾਰਾਜ ਜੀ ਇਹ ਪ੍ਰਮਾਣ ਦੇ ਕੇ ਸਾਨੂੰ ਸਤਿਗੁਰੂ ਜੀ ਬਰਾਗ ਦੀ ਅਵਸਥਾ ਬਖਸ਼ਿਸ਼ ਕਰਦੇ ਆ। ਗੁਰਸਿੱਖੋ, ਸੰਸਾਰ ਦੇ ਅੰਦਰ ਸੰਸਾਰ ਦੇ ਸੁੱਖਾਂ ਵਿੱਚ ਪੈ ਕੇ ਪਰਮੇਸ਼ਰ ਨੂੰ ਨਹੀਂ ਭੁੱਲਣਾ ਚਾਹੀਦਾ। ਇਹ ਸੰਸਾਰ ਦੇ ਸੁੱਖ ਤਾਂ 4 ਦਿਨਾਂ ਦੇ ਆ। ਇੱਥੇ ਜਿਹੜਾ ਆਪਣਾ ਮਨ ਲਾ ਲੈਂਦਾ ਨਾ, ਉਹ ਅਗਿਆਨੀ ਹੈ, ਭੁੱਲ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਨਾਮ ਦਾ ਸਪਰਸ਼ ਨਹੀਂ ਪ੍ਰਾਪਤ ਹੁੰਦਾ। ਇਹ ਹਜੂਰ ਪ੍ਰਮਾਣ ਦੇ ਕੇ ਦੱਸਦੇ ਸੱਚੇ ਪਾਤਸ਼ਾਹ ਜੀ ਕਿ ਫਿਰ ਪੜਦੇ ਹੋ ਪੇੜਾ ਦਿਨ ਚਾਰ ਹੈ। ਪੇੜਾ ਪੇਕੇ ਘਰ ਵਿੱਚ ਸਾਧ ਸੰਗਤ ਜੀ 4 ਦਿਨ ਹੀ ਜਿਹੜੀ ਹੈ, ਜਦੋਂ ਇਸਤਰੀ ਤੇ ਜਵਾਨੀ ਆਉਂਦੀ ਹੈ, ਵਿਆਹਣ ਦੇ ਯੋਗ ਹੋ ਜਾਂਦੀ ਹੈ ਲੜਕੀ, ਉਦੋਂ 4 ਦਿਨ ਹੀ ਪੇਕੇ ਘਰ ਵਿੱਚ ਉਹਨੂੰ ਰਹਿਣ ਨੂੰ ਪ੍ਰਾਪਤ ਹੁੰਦੇ ਆ।
ਹਰ ਹਰ ਲਿਖ ਪਾਇਆ। ਇਹ ਮੇਰੇ ਵਾਹਿਗੁਰੂ ਨੇ ਲੇਖ ਹੀ ਇਸ ਤਰ੍ਹਾਂ ਦਾ ਲਿਖਿਆ ਹੈ। ਇਹ ਸਾਰੀ ਲਿਖਤ ਹੀ ਇਸ ਤਰ੍ਹਾਂ ਦੀ ਹੋਈ ਹੈ ਕਿ ਭਾਈ ਇਸਤਰੀ ਨੂੰ ਵਿਆਹਣਾ ਹੀ ਹੁੰਦਾ ਮਾਂ ਪਿਓ ਨੇ। ਫਿਰ ਇਹ ਵਾਹਿਗੁਰੂ ਦਾ ਹੁਕਮ ਹੀ ਇਸ ਤਰ੍ਹਾਂ ਦਾ ਹੈ। ਸ਼ੋਭਾਵੰਤੇ ਨਾਰ ਹੈ। ਉਹ ਸੋਭਾ ਵਾਲੀ ਇਸਤਰੀ ਹੈ ਜਿਹੜੀ ਮਹਾਰਾਜ ਸਾਹਿਬ ਜੀ ਦੱਸਦੇ ਹਨ। ਗੁਰਮੁਖ ਗੁਣ ਗਾਇਆ। ਜਿਨ੍ਹਾਂ ਨੇ ਗੁਰਮੁਖਾਂ ਦੀ ਭਾਵ ਚੱਜ ਵਾਲੀਆਂ ਸਖੀਆਂ ਦੀ ਸੰਗਤ ਵਿੱਚ ਰਹਿ ਕਰਕੇ ਨਾ ਆਪਣੇ ਪਤੀ ਦੇ ਰਜਾਉਣ ਲਈ ਚੰਗੇ ਗੁਣਾਂ ਨੂੰ ਧਾਰਨ ਕੀਤਾ ਹੈ। ਉਹ ਸਾਧ ਸੰਗਤ ਜੀ ਐਸੀਆਂ ਜਿਹੜੀਆਂ ਬੀਬੀਆਂ ਹਨ ਨਾ ਉਹ ਪੇਕੇ ਘਰ ਵਿੱਚ ਰਹਿ ਕਰਕੇ ਜਾਚ ਸਿੱਖਦੀਆਂ ਨੇ ਕਿ ਪਤੀ ਦੀ ਖੁਸ਼ੀ ਕਿਵੇਂ ਲੈਣੀ ਹੈ, ਸਹੁਰੇ ਘਰ ਵਿੱਚ ਕਿਵੇਂ ਵਰਤਣਾ ਹੈ। ਪੇਵਕੜਾ ਗੁਣ ਸੰਮਲਾ। ਵੇਖੋ ਮਹਾਰਾਜ ਦੱਸਦੇ ਆ ਪੇਵਕੜਾ ਗੁਣ ਸੰਭਲੈ। ਪੇਕੇ ਘਰ ਵਿੱਚ ਗੁਣਾਂ ਨੂੰ ਸੰਭਲੈ ਸੰਭਾਲਦੀ ਹੈ। ਤੇ ਜਿਹਦਾ ਜੀਵਨ ਪੇਕੇ ਘਰ ਵਿੱਚ ਰਹਿ ਕੇ ਵਿਗੜ ਜਾਵੇ ਉਹ ਸਹੁਰੇ ਘਰ ਵੀ ਜਾ ਕੇ ਛੁੱਟੜੀ ਹੋ ਜਾਂਦੀ। ਕਿਉਂਕਿ ਜਿਨ ਸਾਧ ਸੰਗਤ ਜੀ ਜਤ ਨਹੀਂ ਰੱਖਿਆ ਹੈ ਨਾ ਉਹ ਇਸਤਰੀ ਸਹੁਰੇ ਘਰ ਵੀ ਨਹੀਂ ਵਸਦੀ ਹੈ। ਇਹ ਬੀਬੀਆਂ ਦਾ ਵੱਡਾ ਹੀ ਧੰਨ ਹੈ। ਤੇ ਜਤ ਵਿੱਚ ਇੰਨੀ ਉਹਨਾਂ ਦੇ ਸੱਤ ਵਿੱਚ ਸ਼ਕਤੀ ਹੁੰਦੀ ਹੈ ਜਿੰਨਾ ਕਹਿੰਦੇ ਸਾਧੂਆਂ ਨੂੰ ਤਪ ਕਰਕੇ ਜ਼ਿੰਦਗੀ 'ਚ ਉਨੀ ਸ਼ਕਤੀ ਨਹੀਂ ਮਿਲਦੀ। ਸੱਤ ਵਾਲੀ ਇਸਤਰੀ ਦੇ ਵੀ ਵਾਕ ਸੱਤ ਹੋ ਜਾਂਦੇ ਆ, ਝੂਠ ਨਹੀਂ ਹੁੰਦੇ ਉਹਦੇ ਵਾਕ। ਬੜੀ ਇਹ ਸ਼ਕਤੀ ਮਹਾਰਾਜ ਨੇ ਧਰੀ ਹੋਈ ਹੈ ਉੱਚੇ ਆਚਰਣ ਦੇ ਅੰਦਰ। ਇਸ ਕਰਕੇ ਆਚਰਣ ਨਹੀਂ ਗਵਾਉਣਾ ਚਾਹੀਦਾ। ਇਸੇ ਕਰਕੇ ਮਹਾਰਾਜ ਨੇ ਵੇਖੋ ਇਹਨਾਂ ਖਾਲਸੇ ਨੂੰ ਆਦਰਸ਼ ਦਿੱਤਾ। ਜਦੋਂ ਸਿੰਘਾਂ ਕਿਹਾ ਮਹਾਰਾਜ ਇਹ ਦੁਸ਼ਮਣ ਦੀਆਂ ਇਸਤਰੀਆਂ ਔਰਤਾਂ ਨੇ, ਸਾਨੂੰ ਵੀ ਇਹਨਾਂ ਨਾਲ ਦੁਰਵਿਹਾਰ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਖਾਲਸਾ ਜੀ ਅਸੀਂ ਤੁਹਾਨੂੰ ਅਧੋਗਤੀ ਨੂੰ ਨਹੀਂ ਪਹੁੰਚਾਉਣਾ, ਅਸੀਂ ਤਾਂ ਆਪਣਾ ਖਾਲਸਾ ਸੱਚਖੰਡ ਵਿੱਚ ਲੈ ਕੇ ਜਾਣਾ। ਇਸ ਕਰਕੇ ਦੁਸ਼ਮਣ ਦੀ ਔਰਤ ਨੂੰ ਵੀ ਜੇ ਵੱਡੀ ਹੈ ਤੇ ਮਾਂ ਦੇ ਬਰਾਬਰ ਜਾਣਨਾ, ਜੇ ਬਰਾਬਰ ਭੈਣ ਦੇ ਬਰਾਬਰ ਉਸ ਨੂੰ ਜਾਣਨਾ, ਛੋਟੀ ਹੈ ਧੀਆਂ ਬਰਾਬਰ ਖਾਲਸਾ ਜੀ ਸਮਝਣਾ। ਦੁਸ਼ਮਣ ਦੀ ਔਰਤ ਦਾ ਵੀ ਜਿਹੜਾ ਨਾ ਸਤਿਕਾਰ ਆਪਣੀ ਮਾਤਾ ਭੈਣ ਤੇ ਧੀ ਦੇ ਬਰਾਬਰ ਕਰਨਾ। ਐਡੇ ਆਦਰਸ਼ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ੇ ਹੈ। ਤੋ ਇਸ ਕਰਕੇ ਹਜੂਰ ਫਰਮਾਉਂਦੇ ਆ ਕਿ ਜਿਹੜੀ ਬੀਬੀ ਪੇਕੇ ਘਰ ਵਿੱਚ ਚੱਜ ਸਿੱਖਦੀ ਹੈ ਨਾ ਤੋ ਫਿਰ ਸਾਧ ਸੰਗਤ ਜੀ ਇਸ ਪ੍ਰਕਾਰ ਸਹੁਰੇ ਘਰ ਵਿੱਚ ਵੀ ਜਾ ਕਰਕੇ ਨਾ ਫਿਰ ਮਿੱਠ ਬੋਲੜੀ ਹੁੰਦੀ ਹੈ, ਚੰਗੇ ਗੁਣ ਸਿੱਖੇ ਹੁੰਦੇ ਹੈ, ਲੰਗਰ ਪਾਣੀ ਬਣਾਉਣਾ ਆਉਂਦਾ ਹੁੰਦਾ ਹੈ, ਕੱਪੜੇ ਸਿਲਾਈ ਕਰਨੇ ਆਉਂਦੇ ਹੁੰਦੇ ਹੈ। ਤੋ ਜਿਹੜੇ ਗੁਣ ਹੀ ਨਹੀਂ ਸਿੱਖੇ ਹੁੰਦੇ ਤੇ ਉਹ ਕਰਕੇ ਕੀ ਜਦੋਂ ਸਹੁਰੇ ਘਰ ਜਾਣਾ ਭਾਵੇਂ ਜਿਹੜੀ ਢੰਗ ਵਾਲੀ ਇਸਤਰੀ ਹੁੰਦੀ ਹੈ ਉਹਨੂੰ ਸਾਰੇ ਗੁਣ ਹੁੰਦੇ ਐ ਪਰ ਫਿਰ ਵੀ ਆਪਣੀ ਸੱਸ ਨੂੰ ਜਾ ਕਰਕੇ ਨਹੀਂ ਕਹਿੰਦੀ ਕਿ ਮੈਨੂੰ ਸਾਰਾ ਕੁਝ ਪਤਾ ਹੈ। ਫਿਰ ਵੀ ਹਲੀਮੀ ਨਾਲ ਉਹਦੇ ਕੋਲੋਂ ਸਿੱਖਦੀ ਹੈ। ਭਾਵੇਂ ਉਹਦੀ ਸੱਸ ਨੂੰ ਮਾਂ ਨੂੰ ਨਾ ਹੀ ਪਤਾ ਹੋਵੇ ਤਾਂ ਵੀ ਕਹਿੰਦੀ ਹੈ ਮਾਤਾ ਜੀ ਤੁਸੀਂ ਮੈਨੂੰ ਸਿਖਾਓ। ਇੰਨਾ ਮਿੱਠਾ ਬੋਲਦੀ ਹੈ। ਤੇ ਫਿਰ ਜਦੋਂ ਆਪ ਉਹ ਸਬਜ਼ੀ ਭਾਜੀ ਕੋਈ ਚੰਗਾ ਗੁਣ ਸਹਿਤ ਬਣਾਉਂਦੀ ਹੈ ਸਾਰੇ ਸਲਾਉਂਦੇ ਆ ਵੀ ਨਿਮਰਤਾ ਵੀ ਇੰਨੀ ਹੈ ਤੇ ਗੁਣ ਵੀ ਇੰਨੇ ਹੈ। ਤਾਂ ਹੀ ਇਹ ਚੱਜ ਸਿੱਖਣੇ ਪੈਂਦੇ ਐ। ਤੋ ਹਜੂਰ ਫਰਮਾਉਂਦੇ ਹਨ ਪੇਵਕੜਾ ਗੁਣ ਸੰਮਲਾ। ਪੇਕੇ ਘਰ ਵਿੱਚ ਮਹਾਰਾਜ ਕਹਿੰਦੇ ਗੁਣਾਂ ਨੂੰ ਜਿਹੜੀ ਔਰਤ ਸੰਭਾਲਦੀ ਆ ਆਪਣਾ ਜੀਵਨ ਸੁਚੱਜਾ ਬਣਾਉਂਦੀ ਆ ਸਾਹੁਰੇ ਵਾਸ ਪਾਇਆ। ਉਹ ਸਹੁਰੇ ਘਰ ਵਿੱਚ ਵਾਸ ਪਾਉਂਦੀ ਐ, ਉਹ ਵਸਦੀ ਐ ਸਹੁਰੇ ਘਰ ਵਿੱਚ। ਨਹੀਂ ਤੇ ਛੁੱਟੜ ਕਰ ਦਿੰਦੇ ਆ, ਝਾਟੀ ਤਲਾਕ ਹੋ ਜਾਂਦੇ ਉਧਰੋਂ ਉਧਰੀ। ਅੱਜ ਕੱਲ ਤਾਂ ਬਾਹਲੀ ਹਵਾ ਚੱਲੀ ਏ ਕਹਿੰਦੇ ਬਰਾਬਰਤਾ ਕਰਨੀ ਹੈ। ਤੋ ਸਾਧ ਸੰਗਤ ਜੀ ਇਹ ਤਾਂ ਵੇਖੋ ਜਦੋਂ ਇੱਕ ਦੂਸਰੇ ਦੇ ਪ੍ਰਤੀ ਪ੍ਰੇਮ ਹੀ ਹੈ ਨਹੀਂ, ਹਲੀਮੀ ਨਹੀਂ ਹੈਗੀ ਤੇ ਬਰਾਬਰਤਾ ਕਰਦੇ ਆਂ। ਅੱਜ ਕੱਲ ਸਿੱਖਾਂ ਦੇ ਵਿੱਚ ਵੀ ਇਹੋ ਜਿਹੀ ਬਾਤ ਚੱਲੀ ਏ, ਤਲਾਕ ਹੋ ਜਾਂਦੇ। ਕਹਿੰਦੇ ਗੁਰਦੁਆਰੇ ਸਾਹਿਬ ਤੋਂ ਵਿਆਹ ਕਰਾ ਕੇ ਗਏ ਤੇ ਜਾਂਦਿਆਂ ਜਾਂਦਿਆਂ ਰਸਤੇ 'ਚ ਹੀ ਦੋਵੇਂ ਜੀ ਲੜ ਪਏ। ਦੱਸੋ ਜਿਹੜੇ ਘਰ ਤੱਕ ਨਹੀਂ ਪਹੁੰਚ ਸਕੇ ਉਹਨਾਂ ਘਰ ਕੀ ਵਸਾਉਣਾ, ਔਲਾਦ ਕਿਹੋ ਜੀ ਅੱਗੇ ਪੈਦਾ ਕਰ ਲੈਣੀ ਹੈ। ਇਹੋ ਜੀ ਹਾਲਤ ਵੈ। ਗੁਰੂ ਸਾਹਿਬ ਨੇ ਸਾਨੂੰ ਹਲੀਮੀ ਸਿਖਾਈ ਹੈ, ਪ੍ਰੇਮ ਸਿਖਾਇਆ ਹੈ, ਚੰਜ ਢੰਗ ਦੱਸੇ ਆ ਜੀਵਨ ਦੇ। ਹੈ ਹੀ ਨਹੀਂ ਜਦੋਂ ਇਹ ਚੀਜ਼ਾਂ ਗੁਰੂ ਜੀ ਦੇ ਸ਼ਬਦ ਤੋਂ ਹੀ ਦੂਰ ਹੈ ਤੇ ਫਿਰ ਤਾਂ ਸਾਰਾ ਢਾਂਚਾ ਡਿੱਗਣਾ ਹੀ ਹੈ ਨਾ। ਬੁਰੀ ਹਾਲਤ ਤਾਂ ਹੀ ਹੁੰਦੀ ਹੈ। ਉਹ ਸਹੁਰੇ ਘਰ ਨਹੀਂ ਵਸ ਪਾਉਂਦੀਆਂ। ਸਹੁਰੇ ਘਰ ਉਹ ਵਸਦੀ ਹੈ ਜਿੰਨੇ ਪੇਕੇ ਘਰ ਵਿੱਚ ਚੰਗੇ ਚੱਜ ਆਚਾਰ ਸਿੱਖੇ ਹੋਣ। ਗੁਰਮੁਖ ਸਹਿਜ ਸਮਾਣੀਆਂ। ਉਹ ਗੁਰਮੁਖ ਜਿਹੜੀਆਂ ਨਾ ਇਸਤਰੀਆਂ ਫਿਰ ਸਾਧ ਸੰਗਤ ਜੀ ਸ਼ਾਂਤੀ ਸਹਿਤ ਜਿਹੜੀਆਂ ਹਨ ਸੁੱਖ ਨਾਲ ਸਮਾਈਆਂ ਰਹਿੰਦੀਆਂ ਨੇ। ਹਰ ਹਰ ਮਨ ਪਾਇਆ। ਵਾਹਿਗੁਰੂ ਨਾਮ ਉਹਨਾਂ ਦੇ ਮਨ ਵਿੱਚ ਪਾਇਆ ਹੈ। ਪਤੀ ਪਰਮੇਸ਼ਰ ਦੀ ਸੇਵਾ ਉਹਨਾਂ ਦੇ ਮਨ ਦੇ ਅੰਦਰ ਭਾਈ ਹੈ।
ਪਤੀ ਨੂੰ ਰਿਝਾ ਲੈਂਦੀਆਂ ਹਨ ਮਿੱਠਾ ਬੋਲ ਕੇ, ਨਿਮਰਤਾ ਵਿੱਚ ਰਹਿ ਕਰਕੇ, ਇਉਂ ਆਪਣੇ ਪਤੀ ਦੀ ਖੁਸ਼ੀ ਪ੍ਰਾਪਤ ਕਰਦੀਆਂ। ਤੋ ਮਹਾਰਾਜ ਅੰਤਰੀਵ ਇਸੇ ਪ੍ਰਕਾਰ ਹਜੂਰ ਫਰਮਾਉਂਦੇ ਹਨ। ਗੁਰਮੁਖ ਪੇਵਕੜ ਸ਼ੁਰੂ ਤੋਂ ਪੇਯੜ ਦਿਨ ਚਾਰ ਹੈ। ਪਈੜਾ ਦਿਨ ਚਾਰ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਪਈੜੇ ਪੇਕੇ ਘਰ ਕਿਹੜਾ ਹੈ? ਇਹ ਲੋਕ, ਇਹ ਸੰਸਾਰ। ਸਾਧ ਸੰਗਤ ਜੀ, ਇਸਤਰੀ ਕੌਣ ਹੈ? ਜੀਵ ਰੂਪੀ ਇਸਤਰੀ। ਸੱਚੇ ਪਾਤਸ਼ਾਹ ਜੀ ਨੇ ਕਿਹਾ ਸਭਨਾ ਸਹੁਰੈ ਵੰਜਣਾ ਸਭ ਮੁਕਲਾਵਣ ਹਾਰ। ਭਾਈ ਇਹ ਤਾਂ ਪਰਮੇਸ਼ਰ ਨੇ, ਵਾਹਿਗੁਰੂ ਅੱਗੇ ਜੋ ਮਹਾਰਾਜ ਫਰਮਾਉਂਦੇ ਹਨ, ਪੜੋ। ਪੇਯੜ ਦਿਨ ਚਾਰ ਹੈ। ਹਾਂਜੀ, ਹਰ ਹਰ ਲਿਖ ਪਾਇਆ। ਇਹ ਵਾਹਿਗੁਰੂ ਨੇ ਮੱਥੇ ਤੇ ਲੇਖ ਹੀ ਲਿਖ ਕੇ ਪਾਇਆ ਹੈ ਕਿ ਸਭ ਨੂੰ ਹੀ ਇਹ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਸਭ ਨੂੰ ਹੀ ਇੱਕ ਦਿਨ ਇਹ ਸੰਸਾਰ ਛੱਡ ਕਰਕੇ ਜਾਣਾ ਹੈ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ। ਕਾਲ ਰੂਪੀ ਲਾੜਾ ਜਿਹੜਾ ਹੈ ਨਾ, ਉਹ ਵਰ ਕੇ ਲੈ ਜਾਵੇਗਾ। ਮਹਾਰਾਜ ਕਹਿੰਦੇ ਸਾਰਿਆਂ ਹੀ ਇੱਕ ਦਿਨ ਭਾਈ ਸਹੁਰੇ ਘਰ ਜਾਣਾ ਹੈ। ਇਹ ਪੇਕਾ ਘਰ ਹੈ। ਪੇਵਕੜਾ ਦਿਨ ਚਾਰ ਹੈ। 4 ਦਿਨ ਤੋਂ ਭਾਵ ਹੈ ਥੋੜੇ ਦਿਨ ਹੈ। ਤੇ ਫਿਰ ਵੀ ਜਿਹੜੇ ਜੇ ਗਿਣੀਏ ਤਾਂ ਹਫਤੇ ਵਿੱਚ ਸਾਧ ਸੰਗਤ ਜੀ ਜਿਵੇਂ 7 ਦਿਨ ਹੁੰਦੇ ਆ। ਇੱਕ ਦਿਨ ਜੰਮਣ ਦਾ ਲਾ ਲਓ, ਇੱਕ ਦਿਨ ਮਰਨ ਦਾ, ਇੱਕ ਅੱਜ ਦਾ ਜਿਹੜਾ ਬੈਠੇ ਆ, 3 ਦਿਨ ਹੋ ਗਏ, ਬਾਕੀ 4 ਹੀ ਬਚੇ ਨਾ ਹਫਤੇ 'ਚ। ਇਹ 4 ਦਿਨ ਹੀ ਹੈ। ਥੋੜੇ ਦਿਨ ਦੀ ਮਹਾਰਾਜ ਕਹਿੰਦੇ ਜ਼ਿੰਦਗੀ ਹੈ। ਤੇ ਜੇ ਕੋਈ ਬੀਬੀ ਪੇਕੇ ਘਰ 'ਚ ਹੀ ਪ੍ਰੇਮ ਲਾ ਲੇ ਕਿ ਮੈਂ ਤਾਂ ਨਹੀਂ ਜਾਣਾ ਸਹੁਰੇ ਘਰ, ਉਹ ਕਿਵੇਂ ਕਹਿੰਦੇ ਸਮਾਜ ਦਾ ਇਹ ਰੀਤੀ ਹੈ। ਇਹ ਤਾਂ ਜਾਣਾ ਹੀ ਪੈਣਾ ਤੈਨੂੰ, ਕਿਉਂਕਿ ਕਈ ਇਉਂ ਜਿੱਦ ਕਰਦੀਆਂ ਬੀਬੀਆਂ ਤਾਂ ਫਿਰ ਕਹਿੰਦੇ ਨਹੀਂ ਤਾਂ ਇਹ ਤਾਂ ਭਾਈ ਜਾਣਾ ਪੈਣਾ, ਰੀਤ ਹੈ ਸਮਾਜ ਦੀ, ਸੰਸਾਰ ਦੇ ਅੰਦਰ ਵਾਹਿਗੁਰੂ ਦੀ ਬਣਾਈ ਹੋਈ ਨੇਤ ਹੈ। ਹਰ ਹਰ ਲਿਖ ਪਾਇਆ। ਤੇ ਜਿਵੇਂ ਜੀਵ ਕੋਈ ਕਹੇ ਕਿ ਮੈਂ ਤਾਂ ਨਹੀਂ ਸੰਸਾਰ ਚੋਂ ਜਾਣਾ, ਮੈਂ ਤਾਂ ਇੱਥੇ ਹੀ ਰਹਿਣਾ, ਮੈਂ ਤੇ ਇੱਥੇ ਹੀ ਖਿਲਬਿਲੀਆਂ ਕਰਨੀਆਂ, ਇੱਥੇ ਹੀ ਆਨੰਦ ਮਾਣਨੇ, ਮੈਂ ਆਪਦੀ ਜਾਇਦਾਦ ਛੱਡ ਕੇ ਕਿਵੇਂ ਚਲੇ ਜਾ। ਸ਼ਾਮ ਨੂੰ ਘਰ ਨੂੰ ਪਰਤਦੇ ਆ ਜੇ ਸਵੇਰ ਦੇ ਗਏ ਹੋਣ, ਕਿਉਂ ਕਿ ਘਰ ਦਾ ਚੇਤਾ ਆਉਂਦਾ ਹੈ, ਮੋਹ ਚੇਤੇ ਆਉਂਦਾ ਹੈ, ਤੇ ਇਸ ਪ੍ਰਕਾਰ ਘਰ ਨੂੰ ਹੀ ਭੱਜਦੇ ਆ। ਪਰ ਜਦੋਂ ਸਦਾ ਲਈ ਛੱਡ ਕਰਕੇ ਜਿਸ ਘਰ ਨੂੰ ਚਲੇ ਜਾਣਾ, ਮੁੜ ਆਉਣਾ ਹੀ ਨਹੀਂ। ਤੇ ਜਿੱਥੇ ਜਾਣਾ ਹੈ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ, ਉਹ ਤੈਨੂੰ ਖਿਆਲ ਹੀ ਨਹੀਂ ਮਨ ਦੇ ਅੰਦਰ। ਮਹਾਰਾਜ ਕਹਿੰਦੇ ਹਰ ਹਰ ਲਿਖ ਪਾਇਆ। ਜਿਹੜਾ ਵਾਹਿਗੁਰੂ ਸਭ ਨੂੰ ਹਰਿਆਂ ਭਰਿਆਂ ਕਰ ਦੇਣ ਵਾਲਾ ਹੈ, ਸਭ ਦੇ ਦੁੱਖਾਂ ਨੂੰ ਹਰਨ ਵਾਲਾ ਪਰਮੇਸ਼ਰ, ਉਹਨੇ ਤੇਰੇ ਮੱਥੇ ਤੇ ਲੇਖ ਲਿਖ ਕੇ ਪਾਇਆ ਹੋਇਆ। ਜਿਸ ਦਿਨ ਤੇਰਾ ਵਿਆਹ ਹੋਣਾ ਕਾਲ ਰੂਪੀ ਲਾੜੇ ਨਾਲ, ਜਿਸ ਦਿਨ ਤੂੰ ਇਸ ਫਾਨੀ ਸੰਸਾਰ ਨੂੰ ਛੱਡ ਕਰਕੇ ਪਰਲੋਕ ਰੂਪੀ ਸਹੁਰੇ ਘਰ ਵਿੱਚ ਜਾਣਾ ਨਾ, ਉਹ ਲੇਖ ਮਸਤਕ ਤੇ ਵਾਹਿਗੁਰੂ ਨੇ ਪਾਇਆ ਏ। ਸੋਭਾਵੰਤੇ ਨਾਰ ਹੈ। ਉਹ ਜੀਵ ਰੂਪੀ ਇਸਤਰੀ ਮਹਾਰਾਜ ਕਹਿੰਦੇ ਭਾਈ ਸੋਭਾ ਵਾਲੀ ਹੁੰਦੀ ਹੈ, ਵਡਿਆਈ ਵਾਲੀ ਹੁੰਦੀ ਆ। ਗੁਰਮੁਖ ਗੁਣ ਗਾਇਆ। ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕਰਕੇ ਮੇਰੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਹੈ, ਉਹ ਸੋਭਾ ਵਾਲੇ ਹੁੰਦੇ ਆ। ਉਹਨਾਂ ਦੇ ਮੁਖ ਉਜਲੇ ਹੁੰਦੇ ਆ। ਫਿਰ ਸੰਸਾਰ ਦੇ ਅੰਦਰ ਬੜੀ ਵਡਿਆਈ ਉਹਨਾਂ ਦੀ ਹੁੰਦੀ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮੁਖੀ ਗੁਰੂ ਜੀ ਦੀ ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਹੈ, ਉਹ ਜੀਵ ਰੂਪੀ ਇਸਤਰੀ ਬੜੀ ਸੋਭਾ ਵਾਲੀ ਆ। ਪੇਵਕੜ ਗੁਣ ਸੰਮਲਾ। ਪੇਕੇ ਘਰ ਇਸ ਸੰਸਾਰ ਦੇ ਅੰਦਰ ਜਿਨ੍ਹਾਂ ਨੇ ਸਾਧ ਸੰਗਤ ਜੀ ਸੁਭ ਗੁਣਾਂ ਨੂੰ ਸੰਭਾਲਣਾ ਕੀਤਾ ਹੈ। ਗੁਣ ਕੀ ਹੈ? ਸਭ ਤੋਂ ਵੱਡਾ ਗੁਣ ਹੈ ਵਾਹਿਗੁਰੂ ਦਾ ਨਾਮ ਜਪਣਾ, ਅੰਮ੍ਰਿਤ ਵੇਲੇ ਉੱਠਣਾ, ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਤ ਨੂੰ ਕਮਾਉਣਾ। ਤੇ ਜਿਨ੍ਹਾਂ ਨੇ ਇਸ ਪੇਕੇ ਘਰ ਇਸ ਲੋਕ ਦੇ ਅੰਦਰ ਸੰਸਾਰ ਦੇ ਅੰਦਰ ਗੁਣਾਂ ਨੂੰ ਸੰਭਾਲਣਾ ਕੀਤਾ ਹੈ, ਤੇ ਉਹ ਕੀ ਸਿੱਖਿਆ ਹੈ ਇੱਥੇ? ਗੁਰਮਿਲ ਚੱਜ ਆਚਾਰ ਸਿੱਖ। ਮਹਾਰਾਜ ਜੀ ਨਾਲ ਮਿਲ ਕਰਕੇ ਜਿਉਣ ਦਾ ਢੰਗ ਸਿੱਖਿਆ ਹੈ, ਚੰਗੇ ਚੱਜ ਸਿੱਖੇ ਆ, ਮਿੱਠਾ ਬੋਲਣਾ ਸਿੱਖ ਲਿਆ ਹੈ, ਹਲੀਮੀ ਵਿੱਚ ਰਹਿਣਾ ਸਿੱਖ ਲਿਆ ਹੈ, ਗੁਣਾਂ ਦਾ ਹੰਕਾਰ ਜਿਹੜਾ ਹੈ ਉਹ ਤਿਆਗ ਦਿੱਤਾ ਹੈ। ਐਸੇ ਜਿਹੜੇ ਗੁਣ ਹਨ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪਰਲੋਕ ਵਾਹਿਗੁਰੂ ਇਸ ਸੰਸਾਰ ਰੂਪੀ ਲੋਕ ਦੇ ਅੰਦਰ, ਇਸ ਲੋਕ ਵਿੱਚ ਪੇਕੇ ਘਰ ਵਿੱਚ ਰਹਿ ਕਰਕੇ ਸੰਭਾਲੇ ਆ, ਚੇਤੇ ਕੀਤਾ ਪਰਮੇਸ਼ਰ ਨੂੰ। ਸਾਹੁਰਾ ਵਾਸ ਪਾਇਆ। ਉਹ ਫਿਰ ਸਹੁਰੇ ਪਰਲੋਕ ਘਰ ਵਿੱਚ ਉਹਨਾਂ ਨੂੰ ਸਾਧ ਸੰਗਤ ਜੀ ਸੱਚਖੰਡ ਵਿੱਚ ਵਾਸ ਪਾਇਆ ਹੈ। ਉਹਨਾਂ ਨੇ ਵਾਹਿਗੁਰੂ ਜੀ ਦੇ ਕੋਲ ਵਾਸ ਪਾਇਆ। ਜਿਵੇਂ ਚੰਗੇ ਗੁਣਾਂ ਵਾਲੀ ਪਤਨੀ ਜਿਹੜੀ ਹੈ ਉਹਨੂੰ ਪਤੀ ਕੋਲ ਵਾਸ ਮਿਲਦਾ ਹੈ, ਪਤੀ ਉਹਨੂੰ ਆਪਦੇ ਘਰ ਵਸਾਉਂਦਾ ਹੈ। ਸਾਰੀ ਹੀ ਸਰਦਾਰੀ ਉਹਨਾਂ ਬੀਬੀਆਂ ਦੇ ਹੱਥ ਵਿੱਚ ਹੁੰਦੀ ਹੈ ਜਿਹੜੀਆਂ ਚੰਗੇ ਗੁਣ ਵਾਲੀਆਂ ਹੁੰਦੀਆਂ ਨਾ। ਘਰ ਦਾ ਦਾਰੋ ਮਦਾਰ ਹੀ ਉਹਨਾਂ ਦੇ ਹੱਥ ਵਿੱਚ ਹੁੰਦਾ। ਕਹਿਣ ਨੂੰ ਹੀ ਪਤੀ ਜਿਹੜਾ ਹੈ ਨਾ ਉਹ ਮੁਖੀ ਹੈ,
ਤੇ ਕਹਿਣ ਨੂੰ ਹੀ ਸਾਧ ਸੰਗਤ ਜੀ ਉਹਦੇ ਜਿਹੜੇ ਆ ਭਾਵੇਂ ਹੁਕਮ ਵਿੱਚ ਹੈ, ਪਰ ਜਿਹੜੀ ਜਿੰਨੀ ਘਰ ਦੀ ਸਾਰੀ ਜੋ ਚੱਲਦਾ ਹੈ ਘਰ ਦਾ ਦਾਰੋ ਮਦਾਰ, ਉਹ ਉਸ ਬੀਬੀ ਦੇ ਹੀ ਕਹਿਣ ਤੇ ਚੱਲਦਾ ਹੁੰਦਾ। ਪਤੀ ਵੀ ਉਸ ਦੇ ਹੁਕਮ ਵਿੱਚ ਹੀ, ਉਸ ਦੇ ਬਚਨ ਵਿੱਚ ਹੀ ਰਹਿੰਦਾ ਹੈ, ਕਿਉਂਕਿ ਉਹਨੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੈ। ਇਵੇਂ ਜਿਹੜੇ ਵਾਹਿਗੁਰੂ ਦੇ ਪਿਆਰ ਵਿੱਚ ਭਿੱਜੇ ਹੋਏ ਆ ਨਾ, ਵਾਹਿਗੁਰੂ ਜੀ ਵੀ ਉਹਨਾਂ ਦੀ ਆਗਿਆ ਨਹੀਂ ਮੋੜਦੇ। ਵਾਹਿਗੁਰੂ ਵੀ ਉਹਨਾਂ ਦੇ ਸਾਧ ਸੰਗਤ ਜੀ ਕਹੇ ਹੋਏ ਬਚਨ ਨੂੰ ਤਤਕਾਲ ਹੀ ਪੂਰਾ ਕਰ ਦਿੰਦੇ। ਜਿਵੇਂ ਪਤੀ ਵਰਤਾ ਧਰਮ ਵਿੱਚ ਪ੍ਰਪੱਕ ਇਸਤਰੀ ਦਾ ਬਚਨ ਜਿਹੜਾ ਪਤੀ ਉਸੇ ਵੇਲੇ ਪੂਰਾ ਕਰਦਾ ਹੈ, ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਹਨ ਸਾਹੁਰੇ ਵਾਸ ਪਾਇਆ। ਕਿ ਸਹੁਰੇ ਘਰ ਵਿੱਚ ਮਹਾਰਾਜ ਕਹਿੰਦੇ ਉਹਨਾਂ ਨੇ ਵਾਸ ਪਾਇਆ, ਭਾਵ ਪਰਲੋਕ ਵਿੱਚ ਉਹਨਾਂ ਨੂੰ ਭਾਈ ਵਾਸ ਪ੍ਰਾਪਤ ਹੁੰਦਾ ਹੈ ਸੱਚਖੰਡ ਦੇ ਅੰਦਰ। ਜਿਨ੍ਹਾਂ ਨੇ ਇਸ ਲੋਕ ਵਿੱਚ ਮਹਾਰਾਜ ਜੀ ਦੇ ਨਾਮ ਨੂੰ ਚੇਤੇ ਕੀਤਾ ਹੈ। ਗੁਰਮੁਖ ਸਹਿਜ ਸਮਾਣਿਆ। ਐਸੇ ਗੁਰਮੁਖ ਧਨ ਹਨ ਜਿਹੜੇ ਸਹਿਜ ਗਿਆਨ ਦੇ ਵਿੱਚ ਹੀ ਸਮਾ ਗਏ ਐ, ਸਹਿਜ ਸ਼ਾਂਤੀ ਪੂਰਵਕ ਵਾਹਿਗੁਰੂ ਵਿੱਚ ਸਮਾ ਗਏ ਐ। ਹਰ ਹਰ ਮਨ ਪਾਇਆ। ਵਾਹਿਗੁਰੂ ਵਾਹਿਗੁਰੂ ਕਰਨਾ ਹੀ ਉਹਨਾਂ ਦੇ ਮਨ ਦੇ ਅੰਦਰ ਪਾਇਆ ਹੈ। ਪਰਮੇਸ਼ਰ ਦਾ ਨਾਮ ਜਪਣਾ ਹੀ ਉਹਨਾਂ ਨੂੰ ਚੰਗਾ ਲੱਗਦਾ, ਹੋਰ ਕੁਝ ਚੰਗਾ ਨਹੀਂ ਲੱਗਦਾ। ਸਸੁਰ ਪਈਆ ਪਿਰ ਵਸੈ। ਹਜੂਰ ਕਹਿੰਦੇ ਜਿਹੜਾ ਭਾਈ ਇਹ ਪਿਰ ਪਤੀ ਹੈ ਨਾ ਵਾਹਿਗੁਰੂ, ਉਹ ਸਸੁਰ ਹੈ, ਸਹੁਰੇ ਘਰ ਪਰਲੋਕ ਵਿੱਚ ਵੀ ਤੇ ਪੇਕੇ ਘਰ ਇਸ ਲੋਕ ਵਿੱਚ ਵੀ, ਉਹ ਤਾਂ ਦੋਹਾਂ ਥਾਵਾਂ ਤੇ ਵਸ ਰਿਹਾ ਹੈ। ਇੱਥੇ ਵੀ ਸਮਾਇਆ ਹੋਇਆ ਹੈ ਤੇ ਉਹ ਸਹੁਰੇ ਘਰ ਪਰਲੋਕ ਵਿੱਚ ਵੀ ਉਹ ਇੱਕ ਰਸ ਸਮਾਇਆ ਹੋਇਆ ਹੈ। ਜਿਹੜੀ ਇਸਤਰੀ ਬੀਬੀ ਸ਼ੁਭ ਗੁਣਾਂ ਵਾਲੀ ਹੁੰਦੀ ਹੈ ਨਾ, ਉਹ ਪੇਕੇ ਘਰ ਜਾ ਕੇ ਆਪਣੇ ਪਤੀ ਦੀਆਂ ਚੁਗਲੀਆਂ ਨਹੀਂ ਕਰਦੀ। ਉਹਨੂੰ ਪਤਾ ਹੈ ਕਿ ਮੇਰਾ ਪਤੀ ਤਾਂ ਉਹਦੇ ਅੰਗ ਸੰਗ ਆ, ਉਹ ਮਨ ਕਰਕੇ ਆਪਣੇ ਪਤੀ ਨਾਲ ਪ੍ਰੇਮ ਕਰਦੀ ਹੈ। ਜਿਹੜੇ ਗੁਣ ਨਹੀਂ ਧਾਰਨ ਕੀਤੇ ਉਹਨੇ ਸਹੁਰੇ ਘਰ ਦੀਆਂ ਚੁਗਲੀਆਂ ਪੇਕੇ ਘਰ, ਤੇ ਪੇਕੇ ਘਰ ਦੀਆਂ ਜਾ ਕਰਕੇ ਸਹੁਰੇ ਘਰ ਲੜਾਈਆਂ ਤਾਂ ਹੀ ਪੈਂਦੀਆਂ ਹਨ। ਤੇ ਜਿਨ੍ਹਾਂ ਨੇ ਇਹ ਉਹ ਨਹੀਂ ਜਾਣਿਆ ਉਹ ਫਿਰ ਕਲੇਸ਼ ਦਾ ਕਾਰਨ ਬਣਦਾ ਹੈ, ਤੇ ਜਿਨ੍ਹਾਂ ਨੇ ਜਾਣਿਆ ਉਹ ਆਪਣੇ ਪਤੀ ਦੀ ਸੋਭਾ ਪੇਕੇ ਘਰ ਵਿੱਚ ਵੀ ਕਰਦੇ ਆ। ਪੇਕੇ ਘਰ ਵਿੱਚ ਵੀ ਸਮਝਦੀ ਹੈ ਕਿ ਪਤੀ ਜਿਹੜਾ ਉਹ ਸਾਡੇ ਨਾਲ ਹੀ ਹੈ, ਮੇਰੇ ਪਤੀ ਦੀ ਸੋਭਾ ਨਾਲ ਹੀ ਮੇਰੀ ਸੋਭਾ ਹੈ, ਇਉਂ ਸਮਝਦੀਆਂ। ਤੇ ਜਿਹੜੇ ਸਾਧ ਸੰਗਤ ਜੀ ਵੇਖੋ ਪੇਕੇ ਘਰ ਵਿੱਚ ਇੱਥੇ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਕਿ ਕਿੱਥੇ ਹੈ ਪਰਮੇਸ਼ਰ, ਤੇ ਫਿਰ ਜਮ ਦਿਖਾਉਂਦੇ ਆ ਵੀ ਆ ਤੈਨੂੰ ਦੱਸੀਏ ਜਿਨ ਪਰਮੇਸ਼ਰ ਨੇ ਸਾਨੂੰ ਸਾਜਿਆ ਬਈ ਤੂੰ ਉਹਨੂੰ ਹੀ ਭੁਲਾ ਛੱਡਿਆ ਹੈ, ਫਿਰ ਪਤਾ ਲੱਗਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਸ ਲੋਕ ਵਿੱਚ ਵੀ ਤੇ ਸਹੁਰੇ ਘਰ ਪਰਲੋਕ ਵਿੱਚ ਵੀ ਧੰਨ ਗੁਰਮੁਖ ਜਿਨ੍ਹਾਂ ਨੇ ਵਾਹਿਗੁਰੂ ਨੂੰ ਸਭ ਥਾਵਾਂ ਤੇ ਵਿਆਪਕ ਜਾਣਿਆ ਏ। ਸਸੁਰ ਪਈਆ ਪਿਰ ਵਸੈ। ਮਹਾਰਾਜ ਕਹਿੰਦੇ ਪਿਰ ਪਤੀ ਦੇ ਪਰਮੇਸ਼ਰ ਦੇ ਕੋਲ ਹੀ ਵਸਦੇ ਐ। ਸਮਝਦੇ ਆ ਕਿ ਲੋਕ ਪਰਲੋਕ ਵਿੱਚ ਹੀ ਪਤੀ ਵਾਹਿਗੁਰੂ ਵਸਦਾ ਏ। ਕਹੋ ਕਿਤ ਬਿਧ ਪਾਈਐ। ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਪ੍ਰਸ਼ਨ ਕਰਕੇ ਕਹਿੰਦੇ ਐ ਕਿ ਭਾਈ ਉਹ ਲੋਕ ਪਰਲੋਕ ਵਿੱਚ ਪਰਮੇਸ਼ਰ ਵਸਦਾ ਹੈ, ਜਗਿਆਸਾ ਮੁਖ ਤੋਂ ਹੈ ਪ੍ਰਸ਼ਨ। ਕਹੋ ਕਿਤ ਬਿਧ ਪਾਈਐ, ਉਸ ਵਾਹਿਗੁਰੂ ਨੂੰ ਦੱਸੋ ਫਿਰ ਕਿਸ ਵਿਧੀ ਨਾਲ ਕਿਸ ਤਰੀਕੇ ਨਾਲ ਪਾਉਣਾ ਕਰੀਏ। ਆਪ ਨਿਰੰਜਨ ਅਲਖ ਹੈ। ਕਿਉਂਕਿ ਉਹ ਆਪ ਨਿਰੰਜਨ ਜੋ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੈ ਨਾ, ਉਹ ਅਲਖ ਹੈ। ਵੇਦਾਂ ਸ਼ਾਸਤਰਾਂ ਕਰਕੇ ਨਹੀਂ ਲਖਿਆ ਜਾਂਦਾ, ਸ਼ਕਤੀ ਬਿਰਤੀ ਕਰਕੇ ਨਹੀਂ ਲਖਿਆ ਜਾਂਦਾ। ਆਪੇ ਮਿਲਾਈਐ। ਆਪ ਹੀ ਮਹਾਰਾਜ ਕਹਿੰਦੇ ਜਦੋਂ ਮਿਲਾਉਂਦਾ ਹੈ ਨਾ ਤੇ ਫਿਰ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ। ਜੇ ਆਪ ਨਾ ਪਰਮੇਸ਼ਰ ਚਾਹੇ ਤੇ ਉਹਨੂੰ ਕੋਈ ਪ੍ਰਾਪਤ ਨਹੀਂ ਕਰ ਸਕਦਾ। ਗੁਰੂ ਸਾਹਿਬ ਦੇ ਮੇਲ ਵਿੱਚ ਜਦੋਂ ਨਿਰੰਕਾਰ ਮਿਲਾ ਦਿੰਦੇ ਐ, ਜਾਣੋ ਕਿ ਆਪ ਹੀ ਵਾਹਿਗੁਰੂ ਜੀ ਆਪਣੇ ਵਿੱਚ ਮੇਲ ਰਹੇ ਐ। ਕਿਉਂਕਿ ਗੁਰੂ ਸਾਹਿਬ ਦਾ ਸਰੂਪ ਵੀ ਨਿਰੰਕਾਰ ਨੇ ਆਪ ਹੀ ਧਾਰਨ ਕੀਤਾ ਹੈ। ਮਹਾਰਾਜ ਨੇ ਪਹਿਲੋਂ ਪ੍ਰਸ਼ਨ ਰੂਪ ਵਿੱਚ ਦੱਸਿਆ, ਕਹੋ ਕਿਤ ਬਿਧ ਪਾਈਏ, ਦੱਸੋ ਕਿਸ ਤਰੀਕੇ ਨਾਲ ਪਾਈਏ। ਮਹਾਰਾਜ ਕਹਿੰਦੇ ਭਾਈ ਉਹ ਲਖਿਆ ਨਹੀਂ ਜਾਂਦਾ ਪਰਮੇਸ਼ਰ, ਉਹ ਤਾਂ ਜਦੋਂ ਆਪ ਹੀ ਤਰਸ ਕਰਦਾ ਹੈ ਨਾ ਫਿਰ ਆਪਣੇ ਮੇਲ ਵਿੱਚ ਮੇਲ ਲੈਂਦਾ ਏ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਆਪੇ ਹੀ ਪ੍ਰਭ ਦੇਹ ਮਤ। ਆਪ ਹੀ ਮੇਰਾ ਪ੍ਰਭੂ ਜਿਹੜਾ ਹੈ ਆਤਮ ਵਿਸ਼ੈਣੀ ਮਤ ਦੇ ਦਿੰਦਾ ਹੈ। ਨਾਮ ਦੇ ਜਪਣ ਵਾਲੀ ਵਾਹਿਗੁਰੂ ਜੀ ਫਿਰ ਮਤ ਦੇ ਦਿੰਦੇ ਆ। ਹਰ ਨਾਮ ਧਿਆਈਐ। ਫਿਰ ਉਸ ਮਤ ਨਾਲ ਕੀ ਕਰਦੇ ਆ ਗੁਰਮੁਖ? ਹਰ ਨਾਮ ਧਿਆਈ ਹੈ, ਹਰੀ ਨਾਮ ਨੂੰ ਧਿਆਉਂਦੇ ਰਹਿੰਦੇ ਆ। ਕਿੱਥੇ ਵੇਖ ਲੋ ਮਤ ਮਾਰੀ ਹੁੰਦੀ ਹੈ, ਕਹਿੰਦੇ ਆ ਲੈ ਨਾਮ ਜਪਿਆਂ ਕੀ ਹੋ ਜਾਂਦਾ ਹੈ। ਤੇ ਇਹੋ ਜੀ ਭ੍ਰਸ਼ਟ ਮਤ ਹੁੰਦੀ ਹੈ, ਭਜਨ ਕਰਦੇ ਹੀ ਨਹੀਂ।
ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਪ੍ਰੇਰਦੇ ਆ ਨਾ ਗੁਰਸਿੱਖੋ, ਉਦੋਂ ਮੇਰਾ ਵਾਹਿਗੁਰੂ ਆਪ ਹੀ ਮੱਤ ਦੇ ਦਿੰਦਾ ਹੈ। ਆਤਮ ਵਿਸ਼ੈਣੀ ਮੱਤ ਫੁਰਨ ਲੱਗ ਜਾਂਦੀ ਹੈ, ਤੇ ਜਿਸ ਮੱਤ ਨੂੰ ਪ੍ਰਾਪਤ ਕਰਕੇ ਫਿਰ ਹਰ ਨਾਮ ਧਿਆਈ ਹੈ। ਹਰੀ ਨਾਮ ਨੂੰ, ਵਾਹਿਗੁਰੂ ਨਾਮ ਨੂੰ ਧਿਆਉਂਦੇ ਆ ਗੁਰਸਿੱਖ। ਵਡ ਭਾਗੇ ਸਤਿਗੁਰ ਮਿਲੈ, ਵੱਡਿਆਂ ਭਾਗਾਂ ਨਾਲ ਸਤਿਗੁਰੂ ਜੀ ਦਾ ਮਿਲਾਪ ਹੁੰਦਾ ਏ। ਮੁਖ ਅੰਮ੍ਰਿਤ ਪਾਈਐ, ਤੇ ਸਤਿਗੁਰੂ ਜੀ ਫਿਰ ਕੀ ਕਰਦੇ ਆ ਮਹਾਰਾਜ ਜੀ? ਮੁਖ ਵਿੱਚ ਨਾਮ ਅੰਮ੍ਰਿਤ ਪਾ ਦਿੰਦੇ ਸੱਚੇ ਪਾਤਸ਼ਾਹ। ਵੇਖ ਲਓ ਸਤਿਗੁਰੂ ਜੀ ਨੇ ਅੰਮ੍ਰਿਤ ਦੇ ਚੂਲੇ ਨਾਲ ਵੀ ਨਾਮ ਅੰਮ੍ਰਿਤ ਪਾਇਆ। ਕੀ ਕਹਿੰਦੇ ਆ? ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅੰਮ੍ਰਿਤ ਦਾ ਚੂਲਾ ਨਾਲ ਵੇਖੋ ਛਕੀਦਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਏਡਾ ਉਪਕਾਰ ਕੀਤਾ। ਨਾਲ ਅੰਮ੍ਰਿਤ ਦਾ ਚੂਲਾ ਮਿਲ ਰਿਹਾ, ਨਾਲ ਨਾਮ ਅੰਮ੍ਰਿਤ ਵੀ ਮੁਖ ਵਿੱਚ ਮਹਾਰਾਜ ਪਾ ਰਹੇ ਹੈ। ਏਡੀ ਵੱਡੀ ਮਹਾਰਾਜ ਕਿਰਪਾ ਕੀਤੀ ਹੈ। ਐਸੇ ਸਤਿਗੁਰੂ ਜੀ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਕਿਹਾ ਕਿ ਭਾਈ ਗੁਰੂ ਜੀ ਦੀ ਪ੍ਰਾਪਤੀ ਹੋਣੀ, ਇਹ ਨਾ ਜਾਣ ਕੇ ਗੁਰੂ ਜੀ ਦੀ ਪ੍ਰਾਪਤੀ ਜਿਹੜੀ ਐਵੇਂ ਹੋ ਗਈ, ਨਹੀਂ, ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਬੜੇ ਤੇਰੇ ਕੋਈ ਚੰਗੇ ਕਰਮ ਉਗੜਾਏ ਜਿਸ ਕਰਕੇ ਗੁਰੂ ਸਾਹਿਬ ਜੀ ਦਾ ਤੈਨੂੰ ਦਰਸ਼ਨ ਹੋ ਗਿਆ। ਕਿਉਂਕਿ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਵੱਡਿਆਂ ਭਾਗਾਂ ਦੇ ਨਾਲ ਮਹਾਰਾਜ ਕਹਿੰਦੇ ਗੁਰੂ ਜੀ ਦਾ ਦਰਸ਼ਨ ਹੁੰਦਾ ਹੈ। ਗੁਰੂ ਜੀ ਦੀ ਸੰਗਤ ਕਰਕੇ ਫਿਰ ਮੁਖ ਵਿੱਚ ਕੀ ਹੈ? ਨਾਮ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ। ਗੁਰੂ ਜੀ ਕਿਰਪਾ ਕਰਕੇ ਸਿੱਖ ਦੇ ਮੂੰਹ ਵਿੱਚ ਜਿਹੜਾ ਹੈ ਉਹ ਨਾਮ ਅੰਮ੍ਰਿਤ ਪਾ ਦਿੰਦੇ ਆ। ਹਮੈ ਦੁਬਿਧਾ ਬਿਨ ਸਜਾਏ, ਜਦੋਂ ਫਿਰ ਨਾਮ ਅੰਮ੍ਰਿਤ ਮਹਾਰਾਜ ਮੁਖ ਚ ਪਾ ਦਿੰਦੇ ਆ, ਉਦੋਂ ਹਉਮੈ ਵੀ ਬਿਨਸ ਜਾਂਦੀ ਹੈ, ਤੇ ਦੁਬਿਧਾ ਜਿਹੜੀ ਪਈ ਹੋਈ ਹੈ ਦਵੈਤ, ਇਹ ਵੀ ਨਾਲ ਹੀ ਨਾਸ਼ ਹੋ ਜਾਂਦੀ ਹੈ। ਦੁਬਿਧਾ ਕਰਕੇ ਸਾਧ ਸੰਗਤ ਜੀ ਜੀਵਾਂ ਦੀ ਹਉਮੈ ਨਹੀਂ ਛੁੱਟਦੀ, ਹਉਮੈ ਕਰਕੇ ਕਾਲ ਦੇ ਵਸ ਪਏ ਰਹਿੰਦੇ ਆ। ਇਹ ਸਤਿਗੁਰੂ ਜੀ ਹੀ ਕਿਰਪਾ ਕਰਕੇ ਕਾਲ ਦੇ ਵਸ ਚੋਂ ਪਿਆ ਹੋਇਆਂ ਨੂੰ ਬਾਹਰ ਕੱਢਦੇ ਆ। ਜਦੋਂ ਨਾਮ ਅੰਮ੍ਰਿਤ ਦਾ ਚੂਲਾ ਮਹਾਰਾਜ ਮੁਖ ਚ ਪਾਉਂਦੇ ਆ, ਉਦੋਂ ਹਉਮੈ ਦੁਬਿਧਾ ਬਿਨਸ ਜਾਏ। ਹਉਮੈ ਵੀ ਬਿਨਸ ਜਾਂਦੀ ਹੈ ਤੇ ਪਈ ਹੋਈ ਦੁਬਿਧਾ ਵੀ ਅੰਦਰੋਂ ਨਾਸ਼ ਹੋ ਜਾਂਦੀ ਹੈ। ਨਿਰੰਕਾਰ ਦਾ ਸਰੂਪ ਸਾਖਿਆਤ ਹੋ ਜਾਂਦਾ ਏ। ਸਹਜੇ ਸੁਖ ਸਮਾਈਐ, ਸ਼ਾਂਤੀ ਪੂਰਵਕ ਆਤਮਕ ਆਨੰਦ ਦੇ ਸੁਖ ਵਿੱਚ ਸਮਾ ਜਾਈਦਾ ਏ। ਸਭ ਆਪੇ ਆਪ ਵਰਤਦਾ, ਸਭ ਥਾਵਾਂ ਤੇ ਮਹਾਰਾਜ ਕਹਿੰਦੇ ਭਾਈ ਉਹ ਆਪ ਹੀ ਪਰਮੇਸ਼ਰ ਵਾਹਿਗੁਰੂ ਵਰਤ ਰਿਹਾ ਹੈ। ਆਪ ਸੁੱਧ ਸਰੂਪ ਵਿੱਚ ਵੀ ਵਰਤ ਰਿਹਾ ਹੈ, ਗੁਰੂ ਰੂਪ ਹੋ ਕਰਕੇ ਵੀ ਵਰਤ ਰਿਹਾ ਹੈ, ਸੇਵਕ ਰੂਪ ਹੋ ਕਰਕੇ ਵੀ ਆਪ ਹੀ ਵਰਤ ਰਿਹਾ ਹੈ। ਉਪਦੇਸ਼ ਵੀ ਪਰਮੇਸ਼ਰ ਆਪ ਹੀ ਦੇ ਰਿਹਾ ਹੈ, ਤੇ ਜਿਗਿਆਸੂ ਹੋ ਕਰਕੇ ਕਮਾ ਵੀ ਮੇਰਾ ਵਾਹਿਗੁਰੂ ਆਪ ਹੀ ਰਿਹਾ ਹੈ। ਵੇਖੋ ਮਹਾਰਾਜ ਦੀ ਸਿੱਖਿਆ ਸੁਣੀਏ ਨਾ, ਲੇਸ਼ ਮਾਤਰ ਹਉਮੈ ਨਹੀਂ ਰਹਿੰਦੀ ਜੀਵ ਦੇ ਅੰਦਰ। ਧੰਨ ਸੱਚੇ ਪਾਤਸ਼ਾਹ ਗੁਰਿਆਈ ਤਖਤ ਤੇ ਬੈਠੇ ਜੀਆਂ ਦਾ ਭਲਾ ਕਰਦੇ ਐ। ਐਡੀ ਨਿਮਰਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਕਿ ਸਾਧ ਸੰਗਤ ਜੀ ਭਾਈ ਦਾਤੂ ਨੇ ਲੱਤ ਮਾਰੀ ਤਾਂ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖੋ ਉੱਠ ਕੇ ਲੱਤ ਪਕੜ ਲਈ ਸੀ ਮਹਾਰਾਜ ਜੀ ਨੇ, ਤੇ ਕਿਹਾ ਮੇਰੇ ਗੁਰੂਦੇਵ ਦੇ ਸਾਹਿਬਜ਼ਾਦੇ, ਮੇਰੀਆਂ ਬਜ਼ੁਰਗ ਹੱਡੀਆਂ ਨੇ ਸਖਤ ਨੇ, ਇਸ ਕਰਕੇ ਤੁਹਾਡੇ ਪੈਰ ਨਰਮ ਨੇ ਤੇ ਕਿਤੇ ਤੁਹਾਨੂੰ ਸੱਟ ਨਾ ਲੱਗੀ ਹੋਵੇ। ਇੰਨੀ ਨਿਮਰਤਾ ਸੱਚੇ ਪਾਤਸ਼ਾਹ ਜੀ ਦੇ ਅੰਦਰ। ਸਿੱਖਾਂ ਨੇ ਮਨ ਵਿੱਚ ਗੁੱਸਾ ਕੀਤਾ ਕਿ ਭਾਈ ਦਾਤੂ ਨੇ ਮਹਾਰਾਜ ਦਾ ਨਰਾਦਰ ਕੀਤਾ, ਇਹਨੂੰ ਸਜ਼ਾ ਦਈਏ। ਪਰ ਮਹਾਰਾਜ ਸਾਹਿਬ ਜੀ ਦਾ ਰੁਖ ਵੇਖ ਕੇ ਸਿੱਖ ਸਾਰੇ ਚੁੱਪ ਕਰ ਗਏ। ਮਹਾਰਾਜ ਜੀ ਨਾਲ ਅਸ਼ਰਫੀਆਂ ਦਿੱਤੀਆਂ, ਖੱਚਰਾਂ ਮੋਹਰਾਂ ਦੀਆਂ ਭਰ ਕੇ ਨਾਲੇ ਬੜੀ ਸੇਵਾ ਕਰਾਈ। ਤੇ ਜਦੋਂ ਭਾਈ ਦਾਤੂ ਮੁੜਿਆ ਖਡੂਰ ਸਾਹਿਬ ਨੂੰ, ਰਸਤੇ 'ਚ ਚੋਰਾਂ ਲੁੱਟ ਲਿਆ, ਨਾਲੇ ਕੁੱਟਿਆ। ਜਿਹੜੀ ਲੱਤ ਮਹਾਰਾਜ ਨੂੰ ਮਾਰੀ ਸੀ, ਉਸ ਲੱਤ ਵਿੱਚ ਅਜਿਹੀ ਪੀੜ ਉੱਠੀ ਕਿ ਰਾਤ ਦਿਨ ਤੜਫਿਆ ਕਰੇ। ਫਿਰ ਤੇ ਮਹਾਰਾਜ ਸਾਹਿਬ ਜੀ ਤਾਂ ਇੰਨਾ ਖਫੇ ਹੋ ਗਿਆ, ਉਪਰਾਮ ਹੋ ਗਿਆ ਚਿੱਤ। ਮਹਾਰਾਜ ਨੇ ਫਿਰ ਬਾਸਰ ਕੇ ਜਾ ਕੇ ਬਾਹਰ ਲਿਖ ਕੇ ਲਾਤਾ ਕਿ ਜਿਹੜਾ ਇੱਧਰ ਦੀ ਆਵੇ ਨਰਕਾਂ ਨੂੰ ਜਾਏਗਾ। ਮਹਾਰਾਜ ਅੰਦਰ ਸਮਾਧਾ ਲਾ ਕੇ ਬੈਠ ਗਏ ਸੱਚੇ ਪਾਤਸ਼ਾਹ। ਇੰਨਾ ਮਹਾਰਾਜ ਸਾਹਿਬ ਜੀ ਦਾ ਚਿੱਤ। ਮਹਾਰਾਜ ਨੇ ਫਿਰ ਉਪਰਾਮ ਕਰ ਲਿਆ। ਉਹ ਤਾਂ ਬਾਬਾ ਬੁੱਢਾ ਸਾਹਿਬ ਨੇ ਫਿਰ ਮਹਾਰਾਜ ਦਾ ਦਰਸ਼ਨ ਕਰਾਇਆ ਨਾ ਸੰਗਤਾਂ ਨੂੰ। ਸੱਚੇ ਪਾਤਸ਼ਾਹ ਜੀ ਇੰਨੀ ਨਿਮਰਤਾ ਦੇ ਮਾਲਕ ਵੈ। ਜੇ ਅਖੀਰ ਦੇ ਸਮੇਂ ਫਿਰ ਭਾਈ ਦਾਤੂ ਆਇਆ ਨਾ, ਜਦੋਂ ਹਜੂਰ ਸੱਚਖੰਡ ਚੱਲੇ, ਸ਼ਰਮ ਦਾ ਮਾਰਾ ਆਉਂਦਾ ਨਹੀਂ ਸੀ। ਤੇ ਫਿਰ ਜਦੋਂ ਪਤਾ ਲੱਗਾ ਹਜੂਰ ਜੋਤੀ ਜੋਤ ਸਮਾਉਣ ਲੱਗੇ ਆ, ਤੇ ਆਇਆ ਫਿਰ ਕਹਿੰਦਾ ਮਹਾਰਾਜ ਮੈਨੂੰ ਮਾਫ ਕਰ ਦਿਓ, ਮੈਥੋਂ ਗਲਤੀ ਹੋਈ, ਆਪ ਦਾ ਨਰਾਦਰ ਕੀਤਾ। ਹਜੂਰ ਕਹਿੰਦੇ ਭਾਈ ਦਾਤੂ ਜੇ ਪਹਿਲੋਂ ਆ ਜਾਣੋ ਤਾਂ ਫਿਰ ਤਾਂ ਅਸੀਂ ਪੀੜ ਹਟਾ ਦਿੰਦੇ, ਪਰ ਹੁਣ ਅਸੀਂ ਗੁਰਿਆਈ ਗੁਰੂ ਰਾਮਦਾਸ ਸਾਹਿਬ ਨੂੰ ਬਖਸ਼ਿਸ਼ ਕਰ ਦਿੱਤੀ ਹੈ। ਇਸ ਕਰਕੇ
ਤੇਰੀ ਪੀੜ ਹੁਣ ਇਹਨਾਂ ਦੇ ਪੁੱਤਰ ਜਦੋਂ ਗੁਰਿਆਈ ਦੇ ਤਖਤ ਤੇ ਬੈਠਣਗੇ ਨਾ, ਉਹ ਮੇਟਣਗੇ, ਉਹਨਾਂ ਦੇ ਚਰਨੀ ਲੱਗੀ। ਭਾਈ ਦਾਤੂ ਗੁਰੂ ਅਰਜਨ ਸਾਹਿਬ ਦੇ ਚਰਨੀ ਲੱਗ ਕੇ ਫਿਰ ਸਾਧ ਸੰਗਤ ਜੀ ਪੀੜ ਮੇਟੀ ਸੀਗੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਨਿਮਰਤਾ ਸਿਖਾਉਂਦੇ ਆ ਕਿ ਭਾਈ ਮਾਣ ਨਹੀਂ ਸਾਨੂੰ ਕਿਸੇ ਕਰਮ ਦਾ ਕਰਨਾ ਚਾਹੀਦਾ। ਪਰਮੇਸ਼ਰ ਆਪ ਹੀ ਸਭ ਥਾਵਾਂ ਤੇ ਰੂਪ ਧਾਰ ਕਰਕੇ ਉਹ ਵਰਤ ਰਿਹਾ। ਗੁਰਮੁਖਾਂ ਨੂੰ ਭੇਦ ਖੁੱਲ ਜਾਂਦਾ, ਇਸ ਕਰਕੇ ਮਾਣ ਨਹੀਂ ਕਰਦੇ। ਸਹਜੇ ਸੁਖ ਸਮਾਈਐ ਤੇ ਉਹ ਸਹਿਜ ਗਿਆਨ ਪੂਰਵਕ ਮਹਾਰਾਜ ਕਹਿੰਦੇ ਭਾਈ ਆਤਮਕ ਆਨੰਦ ਬ੍ਰਹਮਾ ਆਨੰਦ ਦੇ ਸੁਖ ਵਿੱਚ ਸਮਾ ਜਾਈਦਾ ਏ। ਸਭ ਆਪੇ ਆਪ ਵਰਤਦਾ ਸਭ ਮੇਰਾ ਵਾਹਿਗੁਰੂ ਆਪਣੇ ਆਪ ਤੋਂ ਆਪ ਹੀ ਵਰਤ ਰਿਹਾ ਹੈ। ਉਹਦਾ ਆਪਣਾ ਆਪਾ ਹੀ ਹੈ ਸਭ ਥਾਵਾਂ ਤੇ। ਆਪੇ ਨਾਏ ਲਾਈਐ ਆਪ ਹੀ ਕਿਰਪਾ ਕਰਕੇ ਨਾਮ ਦੀ ਪ੍ਰੀਤ ਵਿੱਚ ਲਾ ਲੈਂਦਾ ਏ। ਮਨ ਮੁਖ ਗਰਬ ਨਾ ਪਾਇਓ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਵਾ ਹੰਕਾਰ ਕਰਦੇ ਰਹਿੰਦੇ ਆ ਨਾ, ਇਸ ਕਰਕੇ ਪ੍ਰੇਮ ਦਾ ਪ੍ਰਸਾਦ ਨਹੀਂ ਪਾਇਓ, ਨਹੀਂ ਉਹਨਾਂ ਨੇ ਪ੍ਰਾਪਤ ਕੀਤਾ। ਅਗਿਆਨ ਇਆਣੇ ਅਗਿਆਨ ਕਰਕੇ ਨਿਆਣੇ ਐ, ਇਆਣੇ ਬੇਸਮਝ ਵੈ ਮੂਰਖ ਬਣ ਰਹੇ ਹਨ। ਸਤਿਗੁਰ ਸੇਵਾ ਨਾ ਕਰਹਿ ਸਤਿਗੁਰੂ ਜੀ ਦੀ ਸੇਵਾ ਨਹੀਂ ਕਰਦੇ। ਕਹਿੰਦੇ ਐਵੇਂ ਉੱਥੇ ਕੀ ਭਾਂਡੇ ਮਾਂਜਣ ਨਾ ਹੋ ਜਾਏਗਾ, ਉੱਥੇ ਜੋੜੇ ਝਾੜਨਾ ਕੀ ਹੋਵੇਗਾ। ਗੁਰੂ ਸਾਹਿਬ ਦੀ ਸੇਵਾ ਵਿੱਚ ਭਾਵਨਾ ਨਹੀਂ ਕਰਦੇ, ਹੱਥਾਂ ਨਾਲ ਮਹਾਰਾਜ ਦੀ ਟਹਿਲ ਨਹੀਂ ਕਰਦੇ। ਆ ਕੇ ਜਿਹੜੀ ਥਾਲੀ ਵਿੱਚ ਖਾਦਾ ਹੈ ਤੇ ਸਾਧ ਸੰਗਤ ਜੀ ਉਹ ਵੀ ਮਾਂਜਣ ਤੋਂ ਮਨ ਜਿਹੜਾ ਆਲਸੀ ਹੁੰਦਾ ਕਿ ਉਹ ਆਪਦੀ ਥਾਲੀ ਤੱਕ ਨਹੀਂ ਉੱਠ ਕੇ ਮਾਂਜ ਸਕਦੇ, ਹੱਥਾਂ ਨਾਲ ਟਹਿਲ ਨਹੀਂ ਕਰਦੇ ਗੁਰੂ ਸਾਹਿਬ ਜੀ ਦੇ ਘਰ ਵਿੱਚ ਆ ਕਰਕੇ। ਫਿਰ ਪਛਤਾਣੇ ਤੇ ਫਿਰ ਬਾਰ-ਬਾਰ ਫਿਰ ਪਛਤਾਵਾ ਲੱਗਾ ਹੀ ਰਹਿੰਦਾ ਹੈ, ਕਿਉਂਕਿ ਪਛਤਾਵਾ ਤੇ ਝੋਰੇ ਤੇ ਗਮ ਕਿੱਥੋਂ ਗਲੋਂ ਲੱਥੇ। ਸੇਵਾ ਕਰਕੇ ਹੀ ਝੋਰੇ ਛੁੱਟਣੇ ਸੀ, ਉਹ ਟਹਿਲ ਤਾਂ ਕੀਤੀ ਨਹੀਂ ਪੂਰੇ ਗੁਰੂ ਜੀ ਦੇ ਕੋਲ ਆ ਕਰਕੇ। ਇਸ ਕਰਕੇ ਬਾਰ-ਬਾਰ ਜਿਹੜਾ ਪਛਤਾਵਾ ਹੀ ਰਹਿੰਦਾ, ਜਨਮ ਹਾਰ ਕੇ ਚਲੇ ਜਾਂਦੇ ਆ। ਗਰਭ ਜੋਨੇ ਵਾਸ ਪਾਉਂਦੇ ਉਹ ਬਾਰ-ਬਾਰ ਫਿਰ ਗਰਭ ਜੂਨੀ ਵਿੱਚ ਮਹਾਰਾਜ ਕਹਿੰਦੇ ਵਾਸਾ ਭਾਈ ਪਾਉਂਦੇ ਆ। ਗਰਭੇ ਗਲ ਜਾਣੇ ਤੇ ਕਈ ਵਾਰ ਗਰਭ 'ਚ ਹੀ ਗਲ ਜਾਂਦੇ ਆ, ਜਨਮ ਹੀ ਨਹੀਂ ਪਾਉਂਦੇ। ਵੇਖ ਲਓ, ਇਹ ਜਨਮ ਲੈਣ ਲਈ ਜਿਹੜਾ ਹੈ ਉਹ 6 ਮਹੀਨੇ ਦੀ ਸਜ਼ਾ ਸਹਾਰਨੀ ਪੈਂਦੀ ਹੈ। 3 ਮਹੀਨੇ ਤਾਂ ਲੋਥੜਾ ਹੀ ਬਣਦਾ ਨਾ, ਤੇ ਰੂਹ ਪੈਂਦੀ ਹੈ ਫਿਰ ਜਦੋਂ, ਤੇ ਫਿਰ ਜਨਮ ਨਹੀਂ ਮਿਲਦਾ। ਜਨਮ ਤੋਂ ਪਹਿਲਾਂ ਹੀ ਗਰਭਪਾਤ ਹੋ ਜਾਂਦਾ, ਗਰਭ ਗਲ ਜਾਂਦੇ ਆ। ਕਈ ਜਨਮ ਗਰਭ ਹਿਰ ਖਰਿਆ ਜਿਹੜੇ ਖਰ ਜਾਂਦੇ ਆ ਗਰਭ, ਇਹੋ ਜੀ ਫਿਰ ਜੂਨੀ 'ਚ ਆ ਜਾਂਦਾ ਹੈ। ਬਾਰ-ਬਾਰ ਗਰਭਾਂ 'ਚ ਗਲਣਾ ਪੈਂਦਾ ਹੈ। ਮਹਾਰਾਜ ਕਹਿੰਦੇ ਵੇਖ ਲਓ, ਜੇ ਹੁਣ ਮਨੁੱਖਾ ਜਨਮ ਮਿਲਿਆ, ਅੱਖਾਂ ਨਾਲ ਵੇਖਦੇ ਹੋ, ਕੰਨਾਂ ਨਾਲ ਸੁਣਦੇ ਹੋ, ਜੀਭਾਂ ਨਾਲ ਬੋਲਦੇ ਹੋ, ਤੇ ਕਿਉਂ ਨਹੀਂ ਭਾਈ ਗੁਰੂ ਜੀ ਦਾ ਨਾਮ ਬੋਲਦੇ, ਕਿਉਂ ਨਹੀਂ ਮਹਾਰਾਜ ਦਾ ਨਾਮ ਸੁਣਦੇ, ਕਿਉਂ ਨਹੀਂ ਪੂਰੇ ਗੁਰੂ ਜੀ ਦਾ ਦਰਸ਼ਨ ਕਰਦੇ। ਹੱਥਾਂ ਕੋ ਕੀ ਕਰਾਉਣਾ ਜੇ ਪੂਰੇ ਗੁਰੂ ਜੀ ਦੀ ਟਹਿਲ ਹੀ ਨਾ ਕੀਤੀ ਤਾਂ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਵੇਖ ਲਓ, ਇਹ ਹਾਲਤ ਹੁੰਦੀ ਹੈ। ਬਾਰ-ਬਾਰ ਗਰਭ ਦੇ ਵਿੱਚ ਹੀ ਫਿਰ ਗਲਦੇ ਆ ਉਹ ਜਿਹੜੇ ਗੁਰੂ ਜੀ ਦੀ ਸੇਵਾ ਨਹੀਂ ਕਰਦੇ। ਮੇਰੇ ਕਰਤੇ ਇਹ ਵੈ ਭਾਵੰਦਾ ਮਹਾਰਾਜ ਇਹ ਸਜ਼ਾ ਉਹਨਾਂ ਨੂੰ ਇੰਨੀ ਕਿਉਂ ਬੜੀ ਮਿਲਦੀ ਹੈ। ਮਹਾਰਾਜ ਕਹਿੰਦੇ ਮੇਰੇ ਕਰਤਾ ਪੁਰਖ ਵਾਹਿਗੁਰੂ ਨੂੰ ਐਵੇਂ ਭਾਉਂਦਾ, ਜਿਹੜੇ ਬੇਮੁਖ ਹੋਏ ਆ ਉਹਨਾਂ ਨੂੰ ਫਿਰ ਵਾਹਿਗੁਰੂ ਜੀ ਸਜ਼ਾ ਦਿੰਦੇ। ਜਿਹੜੇ ਭਾਈ ਗੁਰੂ ਜੀ ਦੀ ਟਹਿਲ ਨਹੀਂ ਕਰਦੇ ਨਾ, ਉਹਨਾਂ ਨੂੰ ਇਹ ਦੁੱਖ ਜਿਹੜੇ ਮਿਲਦੇ ਆ ਮੇਰੇ ਕਰਤੇ ਪੁਰਖ ਵਾਹਿਗੁਰੂ ਨੂੰ ਐਵੇਂ ਹੀ ਭਾਉਂਦਾ ਏ। ਮਨਮੁਖ ਪਰਮਾਣੇ ਮਨਮੁਖ ਜਿਹੜੇ ਆ ਉਹ ਭਰਮਾ ਛੱਡਿਆ ਪਰਮੇਸ਼ਰ ਨੇ, ਉਹ ਭਰਮੇ ਰਹਿੰਦੇ ਆ। ਮੇਰਾ ਹਰ ਪ੍ਰਭ ਲੇਖ ਲਿਖਾਇਆ ਮੇਰੇ ਹਰੀ ਪ੍ਰਭੂ ਤੋਂ ਜਿਨ੍ਹਾਂ ਨੇ ਲੇਖ ਲਿਖਾਇਆ ਏ। ਧੁਰ ਮਸਤਕ ਪੂਰਾ ਧੁਰੋਂ ਹੀ ਮਸਤਕ ਦੇ ਉੱਤੇ ਪੂਰਾ ਕਿਹੜਾ ਲੇਖ ਹੁੰਦਾ? ਪ੍ਰੇਮਾ ਭਗਤੀ ਦਾ, ਸਤ ਸੰਗਤ ਦਾ। ਮਹਾਰਾਜ ਮੇਰੇ ਤੇ ਪੂਰੀ ਬਖਸ਼ਿਸ਼ ਦਾ ਲੇਖ ਪਾਓ। ਜਿਨ੍ਹਾਂ ਧੁਰੋਂ ਹੀ ਮਸਤਕ ਦੇ ਉੱਤੇ ਲਿਖਾ ਲਿਆ, ਮਹਾਰਾਜ ਕਿੰਨੀ ਮਾਇਆ ਮਿਲ ਜੇ ਪਰ ਮੈਂ ਤੁਹਾਡਾ ਦਾਸ ਹੀ ਬਣਿਆ ਰਹਾ, ਕਿੰਨੀ ਮਹਾਰਾਜ ਮੇਰੀ ਸੋਭਾ ਹੋ ਜੇ ਸੰਸਾਰ 'ਚ, ਪਰ ਮਹਾਰਾਜ ਤੁਹਾਡੀ ਹੱਥਾਂ ਨਾਲ ਟਹਿਲ ਨਾ ਮੇਰੇ ਕੋਲੋਂ ਛੁੱਟੇ। ਇਹ ਲੇਖ ਪਾਓ ਮੇਰੇ ਮੱਥੇ ਤੇ, ਮਹਾਰਾਜ ਮੈਨੂੰ ਨਾਮ ਨਾ ਵਿਸਰੇ। ਜਿਨ੍ਹਾਂ ਧੁਰੋਂ ਹੀ ਹਰੀ ਪ੍ਰਭੂ ਦੇ ਕੋਲੋਂ ਲੇਖ ਲਿਖਾ ਲਿਆ ਕਿ ਮਹਾਰਾਜ ਕਿੰਨੇ ਜਨਮ ਲੰਘ ਗਏ, ਹੁਣ ਮਹਾਰਾਜ ਮੱਥੇ ਤੇ ਲੇਖ ਪਾਓ ਆਪਦੀ ਭਗਤੀ ਦਾ। ਸੱਚੇ ਪਾਤਸ਼ਾਹ ਜਿਨ੍ਹਾਂ ਨੇ ਮੇਰੇ ਹਰੀ ਪ੍ਰਭੂ ਕੋਲੋਂ ਸਾਧ ਸੰਗਤ ਜੀ ਇਹ ਲੇਖ ਲਿਖਾਇਆ ਹੈ, ਜਿਹੜੇ ਫਿਰ ਪੂਰੇ ਗੁਰੂ ਜੀ ਦੇ ਸਨਮੁਖ ਹੱਥ ਜੋੜ ਕੇ ਕਹਿੰਦੇ ਮਹਾਰਾਜ ਲੇਖ ਪਾ ਦਿਓ, ਜਿਵੇਂ ਚਿੱਬੇ ਵਾਲੀ ਮਾਈ ਨੇ ਕਿਹਾ ਸੀ ਲੇਖ ਪਾ ਦਿਓ। ਇਉਂ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਕਹਿੰਦੇ ਆ ਜਿਹੜੇ ਮਹਾਰਾਜ ਆਪਦੀ ਭਗਤੀ ਦਾ ਲੇਖ ਪਾਓ।
ਸਤ ਸੰਗਤ ਦਾ ਲੇਖ ਪਾਓ, ਸ਼ਬਦ ਦੀ ਪ੍ਰੀਤ ਦਾ ਲੇਖ ਪਾਓ। ਤੇ ਜਿਹੜੇ ਆਪਾਂ ਕਰੀ ਜਾਈਏ ਮਹਾਰਾਜ ਮਾਇਆ ਦਓ, ਪਦਾਰਥ ਦਓ, ਸੁੱਖ ਮਿਲਣ ਸੰਸਾਰ ਦੇ, ਤੇ ਫਿਰ ਇਹ ਲੇਖ ਮਹਾਰਾਜ ਪਾਉਂਦੇ ਤਾਂ ਹੈ। ਫਿਰ ਬਾਰ-ਬਾਰ ਇਹ ਭੋਗ ਭੋਗ ਕੇ ਫਿਰ ਮੁੜ ਜਾਈਦਾ ਸੰਸਾਰ ਤੋਂ, ਫਿਰ ਭੋਗੀ ਜਾਈਦਾ ਆ ਕੇ। ਪੂਰੇ ਗੁਰੂ ਜੀ ਦੇ ਅੱਗੇ ਅਰਦਾਸ ਕਰੀਏ, ਮਹਾਰਾਜ ਲੇਖ ਪਾਓ ਸਾਡੇ ਮੱਥੇ ਤੇ। ਮੱਥਾ ਟੇਕਣ ਨਾਲ ਲੇਖ ਪੈਂਦੇ ਆ ਨਾ, ਜਿਹੜਾ ਮੱਥਾ ਹੀ ਨਹੀਂ ਥੱਲੇ ਲਾਉਂਦੇ, ਕੀ ਮਹਾਰਾਜ ਮੋਹਰ ਜਦੋਂ ਲਾਈਏ ਕਾਗਜ਼ ਤੇ ਠੱਪਾ ਲੱਗ ਜਾਏਗਾ? ਨਹੀਂ ਲੱਗਦਾ ਨਾ। ਮੱਥਾ ਥੱਲੇ ਲਾਉਣਾ ਚਾਹੀਦਾ ਸ਼ਰਧਾ ਨਾਲ। ਮਹਾਰਾਜ ਕਿਰਪਾ ਕਰਕੇ ਮੇਰੇ ਲੇਖ ਜਿਹੜੇ ਪੁੱਠੇ ਹੋਏ ਆ ਨਾ, ਬੇਮੁਖ ਹੋਇਆ ਭਗਤੀ ਤੋਂ, ਇਹ ਸਿੱਧੇ ਕਰੋ ਮਹਾਰਾਜ। ਪ੍ਰੇਮਾ ਭਗਤੀ ਦਾ ਪੂਰਾ ਲੇਖ, ਪੂਰੀ ਬਖਸ਼ਿਸ਼ ਦਾ ਲੇਖ ਪਾ ਦਿਓ। ਹਰ ਹਰ ਨਾਮ ਧਿਆਇਆ। ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਇਆ, ਜਿਨ੍ਹਾਂ ਨੇ ਹੱਥ ਜੋੜ ਜੋੜ ਕੇ ਮਹਾਰਾਜ ਤੋਂ ਲੇਖ ਪਵਾਇਆ ਭਗਤੀ ਦਾ। ਐਵੇਂ ਥੋੜਾ ਨਾਮ ਮਿੱਠਾ ਲੱਗਦਾ ਹੈ। ਮਹਾਰਾਜ ਸਾਹਿਬ ਜੀ ਨੇ ਜਿਨ੍ਹਾਂ ਦੇ ਮਸਤਕ ਤੇ ਲੇਖ ਪਾਇਆ ਹੈ, ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੇਰੇ ਵਾਹਿਗੁਰੂ ਵਾਹਿਗੁਰੂ ਕਰਕੇ ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ ਧਿਆਇਆ ਏ। ਭੇਟਿਆ ਗੁਰ ਸੂਰਾ। ਕਿਉਂ ਧਿਆਇਆ? ਕਿਉਂਕਿ ਲੇਖ ਪਿਆ ਹੋਇਆ ਸੀ। ਭੇਟਿਆ ਗੁਰ ਸੂਰਾ, ਸੂਰ ਬੀਰ ਗੁਰੂ ਪ੍ਰਾਪਤ ਹੋ ਗਏ, ਸੂਰਮੇ ਗੁਰੂ ਪ੍ਰਾਪਤ ਹੋ ਗਏ, ਜਿਨ੍ਹਾਂ ਦਾ ਦਰਸ਼ਨ ਕਰਕੇ ਮੌਤ ਵੀ ਕੰਬਦੀ ਐ। ਐਸੇ ਸੂਰਬੀਰ ਸਤਿਗੁਰੂ ਪ੍ਰਾਪਤ ਹੋ ਗਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਸਤਿਗੁਰੂ ਪ੍ਰਾਪਤ ਹੋ ਗਏ। ਸਾਧ ਸੰਗਤ ਜੀ, ਜ਼ਾਲਮ ਜਿਨ੍ਹਾਂ ਦਾ ਨਾਂ ਸੁਣ ਕੇ ਹੀ ਕੰਬਦੇ ਆ। ਐਸਾ ਭੇਟਿਆ ਸਤਿਗੁਰ ਸੂਰਾ, ਸੂਰਮੇ ਸਤਿਗੁਰੂ ਜੀ ਦਾ ਮਿਲਾਪ ਹੋਇਆ। ਇਹ ਮਸਤਕ ਤੇ ਲੇਖ ਤੋਂ ਬਿਨਾਂ ਨਹੀਂ ਪੂਰੇ ਗੁਰੂ ਜੀ ਦਾ ਦਰਸ਼ਨ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਸਤਕ ਤੇ ਲੇਖ ਪਿਆ ਸੀ ਗੁਰਸਿੱਖੋ, ਗੁਰੂ ਅੰਗਦ ਸਾਹਿਬ ਦਾ ਸਾਨੂੰ ਦਰਸ਼ਨ ਹੋ ਗਿਆ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਐਵੇਂ ਥੋੜਾ ਹੁੰਦਾ। ਇਹ ਤਾਂ ਮਸਤਕ ਤੇ ਪ੍ਰਭੂ ਨੇ ਲੇਖ ਪਾਇਆ ਹੋਵੇ ਤਾਂ ਸੂਰਮੇ ਸਤਿਗੁਰੂ ਜੀ ਦਾ ਦਰਸ਼ਨ ਹੁੰਦਾ। ਜਿਨ੍ਹਾਂ ਸਤਿਗੁਰਾਂ ਦੀ ਬਾਬਤ ਭਗਤ ਕਬੀਰ ਸਾਹਿਬ ਨੇ ਕਿਹਾ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਇੱਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਲੇਜੇ ਛੇਕ। ਫਿਰ ਮਹਾਰਾਜ ਦੇ ਉਪਦੇਸ਼ ਰੂਪੀ ਤੀਰ ਨਾਲ ਬਰਾਗ ਦਾ ਛੇਕ ਪੈਂਦਾ ਦਿਲ ਵਿੱਚ ਨਰਮ ਥਾਂ ਤੇ। ਸੂਰਮੇ ਸਤਿਗੁਰੂ ਜੀ ਦਾ ਮਿਲਾਪ ਹੁੰਦਾ ਜਦੋਂ ਮਸਤਕ ਤੇ ਲੇਖ ਪਿਆ ਹੋਵੇ। ਮੇਰਾ ਪਿਤਾ ਮਾਤਾ ਹਰ ਨਾਮ ਹੈ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਗੁਰਸਿੱਖੋ, ਸਾਡਾ ਤਾਂ ਪਿਤਾ ਵੀ ਹਰੀ ਨਾਮ ਹੀ ਹੈ, ਸਾਡੀ ਮਾਤਾ ਵੀ ਵਾਹਿਗੁਰੂ ਦਾ ਨਾਮ ਹੀ ਹੈ। ਹਰ ਬੰਧਪ ਬੀਰਾ। ਤੇ ਹਰੀ ਦਾ ਨਾਮ ਹੀ ਸਾਡੇ ਰਿਸ਼ਤੇਦਾਰ ਹੈ। ਬੰਧਪ ਰਿਸ਼ਤੇਦਾਰਾਂ ਨੂੰ ਕਹਿੰਦੇ ਆ, ਤੇ ਬੀਰਾ ਭਰਾਵਾਂ ਨੂੰ ਕਹਿੰਦੇ ਆ, ਜਿਹੜੇ ਅੰਮਾ ਜਾਏ ਸਕੇ ਭਰਾ ਹਨ। ਮਹਾਰਾਜ ਕਹਿੰਦੇ ਸਾਡੇ ਦਾ ਰਿਸ਼ਤੇਦਾਰ ਵੀ ਨਾਮ ਹੀ ਹੈ, ਤੇ ਸਾਡੇ ਸਕੇ ਅੰਮਾ ਦੇ ਜਾਏ ਜਿਹੜੇ ਭਰਾ ਹਨ ਉਹ ਵੀ ਨਾਮ ਹੀ ਹੈ। ਨਾਮ ਹੀ ਸਾਡੇ ਭਰਾ ਹਨ, ਨਾਮ ਹੀ ਸਾਡੇ ਰਿਸ਼ਤੇਦਾਰ ਹੈ, ਨਾਮ ਹੀ ਸਾਡੀ ਮਾਤਾ ਹੈ, ਨਾਮ ਹੀ ਸਾਡਾ ਪਿਤਾ ਹੈ। ਇਹ ਸਤਿਗੁਰੂ ਜੀ ਦੀ ਰਿਸ਼ਤੇਦਾਰੀ ਹੈ। ਅਸੀਂ ਕਿਵੇਂ ਦੱਸਦੇ ਹਾਂ ਫਲਾਨਾ ਮੇਰਾ ਫੁੱਫੜ ਹੈ, ਉਹ ਮੇਰੀ ਭੂਆ ਹੈ, ਤੇ ਉਹ ਮੇਰੀ ਮਾਤਾ ਹੈ, ਮੇਰਾ ਪਿਤਾ ਹੈ, ਉਹਨਾਂ ਦੇ ਨਾਮ ਦੱਸਦੇ ਆ। ਇਹ ਮਹਾਰਾਜ ਗੁਰਸਿੱਖਾਂ ਦੀ ਪ੍ਰੀਤ ਦਿਖਾਉਂਦੇ ਆ। ਮਹਾਰਾਜ ਕਹਿੰਦੇ ਭਾਈ ਸਾਡੀ ਮਾਤਾ ਜਿਹੜੀ ਹੈ ਉਹ, ਫਿਰ ਪੜ੍ਹਦੇ ਹੋ ਹਰ ਬੰਧਪ ਬੀਰਾ। ਪਿੱਛੋਂ ਪੜੋ। ਮੇਰਾ ਪਿਤਾ ਮਾਤਾ ਹਰ ਨਾਮ ਹੈ। ਮਹਾਰਾਜ ਕਹਿੰਦੇ ਜਿਹੜਾ ਹਰੀ ਨਾਮ ਹੈ ਨਾ, ਸਾਡਾ ਪਿਤਾ ਸੰਤੋਖ ਹੈ, ਸਾਡੀ ਖਿਮਾ ਮਾਤਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਸਾਨੂੰ ਨਾਮ ਤੋਂ ਪ੍ਰਾਪਤ ਹੋਈ ਆ। ਹਰ ਬੰਧਪ ਬੀਰਾ। ਸਤਿਗੁਰੂ ਜੀ ਕਹਿੰਦੇ ਹਰੀ ਨਾਮ ਤੋਂ ਜਿਹੜੇ ਸੁਭ ਗੁਣ ਪ੍ਰਾਪਤ ਹੋਏ ਉਹ ਸਾਡੇ ਰਿਸ਼ਤੇਦਾਰ ਹਨ। ਤੇ ਮਹਾਰਾਜ ਕਹਿੰਦੇ ਭਾਈ ਇਹ ਸਕੇ ਅੰਮਾ ਜਾਏ ਭਰਾ ਹਨ, ਜਿਹੜੇ ਸਤਿਗੁਰੂ ਜੀ ਦੀ ਪ੍ਰੀਤ ਆਦਿਕ ਦੇ ਗੁਣ ਹਨ। ਹਰ ਹਰ ਬਖਸ਼ ਮਿਲਾਏ ਪ੍ਰਭ। ਹੇ ਪ੍ਰਭੂ ਸਾਡੇ ਤੇ ਆਪਣੀ ਬਖਸ਼ਿਸ਼ ਕਰ ਦਿਓ। ਮਹਾਰਾਜ ਆਪ ਸਭ ਨੂੰ ਹਰਿਆਂ ਭਰਿਆਂ ਕਰ ਦੇਣ ਵਾਲੇ ਹੋ, ਸਭ ਦੇ ਦੁੱਖਾਂ ਨੂੰ ਹਰਨ ਵਾਲੇ ਹੋ। ਮਹਾਰਾਜ ਸਾਡੇ ਗੁਨਾਹਾਂ ਦੇ ਤਾਈਂ ਇਹ ਮਹਾਰਾਜ ਸਾਨੂੰ ਬੇਨਤੀ ਕਰਨ ਦੀ ਜਾਚ ਦੱਸਦੇ ਆ। ਵਾਹਿਗੁਰੂ ਦੇ ਅੱਗੇ ਬੇਨਤੀ ਕਰੀਏ, ਮਹਾਰਾਜ ਸਾਡੇ ਗੁਨਾਹਾਂ ਦੇ ਤਾਈਂ ਬਖਸ਼ ਕੇ ਆਪਣੇ ਨਾਲ ਮੇਲ ਲਓ। ਜਨ ਨਾਨਕ ਕੀਰਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ, ਅਸੀਂ ਆਪ ਜੀ ਦੇ ਮਹਾਰਾਜ ਚਰਨਾਂ ਵਿੱਚ ਰਹਿਣ ਵਾਲੇ ਛੋਟੇ ਨੰਨੇ ਜੇ ਕੀੜੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਬੇਨਤੀ ਕਰੋ ਮਹਾਰਾਜ, ਅਸੀਂ ਤਾਂ ਤੇਰੇ ਦਰ ਦੇ ਕੀੜੇ ਆ ਮਹਾਰਾਜ, ਛੋਟੇ ਜੇ ਨੰਨੇ ਜੇ। ਬਹੁਤ ਮਹਾਰਾਜ ਕੀ ਹਸਤੀ ਹੈ ਸਾਡੀ, ਅਸੀਂ ਤਾਂ ਮਹਾਰਾਜ
ਆਪ ਦੇ ਦਰ ਦੇ ਮਹਾਰਾਜ ਤੁੱਛ ਜੇ ਸੇਵਕ ਆ ਮਹਾਰਾਜ, ਸਾਡੀ ਬਿਰਤੀ ਵੀ ਤੁੱਛ ਵੈ, ਆਪ ਹੀ ਕਿਰਪਾ ਕਰਕੇ ਸਾਡੇ ਗੁਨਾਹਾਂ ਦੇ ਤਾਈਂ ਮੁਆਫ ਕਰਕੇ ਮਹਾਰਾਜ ਸਾਨੂੰ ਬਖਸ਼ ਲਓ। ਇਉਂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ, ਮਹਾਰਾਜ ਅਸੀਂ ਆਪ ਦੇ ਦਰ ਦੇ ਛੋਟੇ ਜੇ ਕੀੜੇ ਹਾਂ, ਸਾਡੇ ਤੇ ਕਿਰਪਾ ਕਰੋ। ਗੌੜੇ ਬੈਰਾਗਣ ਮਹਲਾ ਤੀਜਾ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਗੌੜੀ ਦੀ ਬੈਰਾਗਣ ਜਾਤੀ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਤਿਗੁਰ ਤੇ ਗਿਆਨ ਪਾਇਆ। ਇਹ ਸਾਧ ਸੰਗਤ ਜੀ 18ਵਾਂ ਸ਼ਬਦ ਵੈ ਤੇ ਇੱਥੇ ਫਿਰ ਸਮਾਪਤੀ ਹੋਣੀ ਹੈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਸ਼ਬਦਾਂ ਦੀ ਸ਼ੁਰੂਆਤ ਹੋਵੇਗੀ। ਤੋ ਸਤਿਗੁਰੂ ਜੀ ਫਰਮਾਉਂਦੇ ਹਨ, ਸਤਿਗੁਰ ਤੇ ਗਿਆਨ ਪਾਇਆ। ਮਹਾਰਾਜ ਕਹਿੰਦੇ ਜਿਸ ਕਿਸੇ ਗਿਆਨ ਪਾਇਆ ਗੁਰਸਿੱਖੋ ਸਤਿਗੁਰੂ ਜੀ ਤੋਂ ਪਾਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਬਿਨਾ, ਗੁਰੂ ਜੀ ਤੋਂ ਬਿਨਾ ਮਹਾਰਾਜ ਕਹਿੰਦੇ ਗਿਆਨ ਨਹੀਂ ਭਾਈ ਪ੍ਰਾਪਤ ਹੁੰਦਾ, ਗੁਰੂ ਜੀ ਤੋਂ ਹੀ ਗਿਆਨ ਮਿਲਦਾ ਏ। ਹਰ ਤਤ ਵਿਚਾਰਾ। ਤੇ ਜੋ ਹਰੀ ਹੈ ਨਾ, ਜੋ ਤਤ ਸਿਧਾਂਤ ਰੂਪ ਹੈ, ਉਹਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ। ਨਹੀਂ ਤੇ ਐਵੇਂ ਜੀਵ ਪਾਣੀ 'ਚ ਮਧਾਣੀ ਪਾਈ ਫਿਰਦੇ ਰਹਿੰਦੇ ਆ, ਪਦਾਰਥਾਂ 'ਚੋਂ ਸੁੱਖ ਲੱਭਦੇ ਫਿਰਦੇ ਰਹਿੰਦੇ ਆ, ਤਤ ਨੂੰ ਨਹੀਂ ਖੋਜਦੇ। ਸੁੱਖ ਕਿੱਥੋਂ ਲੱਭਣਾ ਪਤਾ ਹੀ ਨਹੀਂ ਲੱਗਦਾ। ਪਰ ਜਦੋਂ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ, ਮਹਾਰਾਜ ਗਿਆਨ ਦੀ ਬਖਸ਼ਿਸ਼ ਕਰਦੇ ਆ, ਜਿਸ ਕਰਕੇ ਤਤ ਪਤਾ ਲੱਗ ਜਾਂਦਾ ਹੈ ਕਿ ਸੁਖ ਨਾਹੀ ਰੇ ਹਰ ਭਗਤ ਬਿਨਾ। ਮਹਾਰਾਜ ਦੇ ਨਾਮ ਵਿੱਚੋਂ ਫਿਰ ਸੁਖ ਲੱਭ ਪੈਂਦਾ ਹੈ, ਤਤ ਸਰੂਪ ਸਿਧਾਂਤ ਸਰੂਪ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ, ਸ਼ਬਦ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਆ। ਮਤ ਮਲੇਣ ਪ੍ਰਗਟ ਭਾਏ। ਮਤ ਪਹਿਲੋਂ ਮਲੀਨ ਹੁੰਦੀ ਹੈ, ਇੰਨੀ ਮੈਲੀ ਕਿ ਥੋੜੇ ਮਾਤਰ ਵੀ ਵਕਾਰ ਨਹੀਂ ਛੱਡਦੇ। ਕਈ ਇਹੋ ਜਿਹੇ ਮਿਲਦੇ ਆ, ਕਹਿੰਦੇ ਬਾਬਾ ਜੀ ਅਸੀਂ ਜਾਣੇ ਤਾਂ ਹਾਂ ਗੁਰਦੁਆਰੇ ਸਾਹਿਬ, ਪਰ ਉੱਥੇ ਵੀ ਵਕਾਰ ਦ੍ਰਿਸ਼ਟੀ ਨਹੀਂ ਮਿਟਦੀ, ਕੀ ਕਰੀਏ, ਇੰਨੀ ਮਤ ਮਲੀਨ ਹੁੰਦੀ ਹੈ। ਤੇ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਗਿਆਨ ਦੀ ਚਿਣਗ ਲਾ ਦਿੰਦੇ ਆ ਨਾ, ਮਤ ਮਲੀਨ, ਫਿਰ ਪੜ੍ਹਦੇ ਹੋ ਮਤ ਮਲੇਣ ਪ੍ਰਗਟ ਭਾਏ। ਫਿਰ ਸਾਧ ਸੰਗਤ ਜੀ ਜਿਹੜੀ ਮਤ ਮਲੀਨ ਪ੍ਰਗਟ ਭਈ, ਪਤਾ ਲੱਗ ਜਾਂਦਾ ਓਹੋ ਮੇਰੀ ਤਾਂ ਮਤ ਮੈਲੀ ਹੈ, ਮਨ ਇੰਨਾ ਵਕਾਰੀ ਹੈ, ਆਪਣੇ ਵੱਲ ਝਾਤੀ ਪੈਂਦੀ ਹੈ। ਜਦੋਂ ਝਾਤੀ ਪੈਂਦੀ ਹੈ ਸ਼ਬਦ ਦੀ ਕਮਾਈ ਕਰਦਾ ਤੇ ਮਲੀਨ ਮਤ ਹਟਦੀ ਹੈ, ਸੁਭ ਮਤ ਪ੍ਰਗਟ ਹੋ ਜਾਂਦੀ ਆ। ਜਪ ਨਾਮ ਮੁਰਾਰਾ। ਤੇ ਸਾਧ ਸੰਗਤ ਜੀ ਫਿਰ ਮੁਰ ਆਦਿਕ ਦੈਂਤਾਂ ਨੂੰ ਮਾਰਨ ਵਾਲੇ ਪਰਮੇਸ਼ਰ ਦਾ ਨਾਮ ਉਸ ਮਤ ਨਾਲ ਜਪਣ ਲੱਗ ਜਾਈਦਾ ਹੈ। ਮਲੀਨ ਮਤ ਨਾਲ ਨਾਮ ਨਹੀਂ ਜਪਿਆ ਜਾਂਦਾ। ਇਸ ਕਰਕੇ ਮਲੀਨ ਮਤ ਦੀ ਜਿਹੜੀ ਮਲੀਨਤਾ ਹੀ ਹੈ ਨਾ, ਉਹ ਨਹੀਂ ਵੀ ਮਨ ਲੱਗਦਾ, ਕਿਉਂਕਿ ਮਲੀਨਤਾ ਹੀ ਕਰਕੇ ਨਹੀਂ ਨਾ ਲੱਗਦਾ, ਪਰ ਰਸਨਾ ਨਾਲ ਜਪੀ ਜਾਵੇ ਫਿਰ ਮਨ ਦੇ ਤੋਂ ਮੈਲ ਲੱਥਣੀ ਸ਼ੁਰੂ ਹੁੰਦੀ ਹੈ। ਤੇ ਜਦੋਂ ਪ੍ਰਗਟ ਹੋ ਆਉਂਦੀ ਹੈ, ਜਦੋਂ ਮੈਲ ਲੱਥੇ ਤੇ ਥੱਲੋਂ ਕੀ ਨਿਕਲਦਾ ਹੈ, ਸਾਫ਼ ਸੁਥਰਾ ਕੱਪੜਾ ਨਿਕਲ ਆਉਂਦਾ, ਉੱਤੋਂ ਦਾਗ ਹਟ ਜਾਂਦੇ ਆ। ਇਹ ਸਾਧ ਸੰਗਤ ਜੀ ਅੰਦਰੋਂ ਆਤਮਾ ਦੇ ਉੱਤੇ ਜਿਹੜਾ ਪਰਦਾ ਪਿਆ ਹੋਇਆ ਹੈ, ਇਹ ਮਤ ਦੀ ਮਲੀਨਤਾਈ ਕਰਕੇ ਕਿ ਆਤਮਕ ਸਰੂਪ ਨੂੰ ਵੇਖਣ ਨਹੀਂ ਦਿੰਦੀ ਹੈ ਮਤ। ਤੇ ਜਦੋਂ ਸ਼ਬਦ ਦੀ ਕਮਾਈ ਕਰਕੇ ਇਹ ਮੈਲ ਲੱਥਦੀ ਹੈ, ਫਿਰ ਕੀ ਹੁੰਦਾ, ਸੁੱਧ ਸਰੂਪ ਪ੍ਰਗਟ ਆਉਂਦਾ ਹੈ। ਸ਼ੀਸ਼ੇ ਤੇ ਲੱਗੀ ਹੋਈ ਮੈਲ ਧੂੜ ਸਾਫ਼ ਕਰ ਦਿਓ ਤੇ ਕੀ ਹੋਊ, ਚਿਹਰਾ ਦਿਸਣ ਲੱਗ ਪੈਣਾ। ਇਵੇਂ ਮਹਾਰਾਜ ਕਹਿੰਦੇ ਮੁਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਬਸੈ ਨਿਰੰਤਰ। ਇਸੇ ਤਰ੍ਹਾਂ ਵਾਹਿਗੁਰੂ ਤੇਰੇ ਅੰਦਰ ਵਸ ਰਿਹਾ, ਪਰ ਕੀ ਹੈ ਤੂੰ ਸ਼ਬਦ ਦੀ ਕਮਾਈ ਕਰਕੇ ਮੈਲ ਨਹੀਂ ਨਾ ਧੋਂਦਾ ਮਤ ਤੇ ਪਈ ਹੋਈ। ਇਹ ਧੋ, ਗੁਰੂ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਕਰ। ਜਦੋਂ ਸੁਭ ਮਤ ਪ੍ਰਗਟ ਹੋ ਆਈ ਤੇ ਫਿਰ ਮਹਾਰਾਜ ਕਹਿੰਦੇ ਨੇ ਮੋਹ ਆਦਿਕ ਦੈਂਤਾਂ ਨੂੰ ਮਾਰਨ ਵਾਲਾ ਜਿਹੜਾ ਪਰਮੇਸ਼ਰ ਵੈ ਨਾ, ਉਹਦੇ ਨਾਮ ਨੂੰ ਜਪਣ ਲੱਗ ਜਾਈਦਾ। ਫਿਰ ਸ਼ਿਵ ਸ਼ਕਤ ਮਿਟਾਇਆ। ਹਜ਼ੂਰ ਕਹਿੰਦੇ ਫਿਰ ਅਸੀਂ ਤਾਂ ਭਾਈ ਸ਼ਿਵ ਜੀ ਦੀ ਵੀ ਤੇ ਸ਼ਕਤੀ ਪਾਰਬਤੀ ਦੀ ਵੀ ਜਿਹੜੀ ਸੇਵਾ, ਉਹ ਤਾਂ ਪੂਜਾ ਮਿਟਾ ਦਿੱਤੀ ਹੈ। ਅਸੀਂ ਹੁਣ ਕੋਈ ਦੇਵੀ ਦੇਵਤਾ ਨਹੀਂ ਪੂਜਦੇ ਹਾਂ। ਅੰਧਿਆਰਾ ਸਾਰਾ ਹੀ ਹਨੇਰਾ ਗਿਆਨਤਾ ਦਾ ਚੁੱਕਿਆ ਗਿਆ। ਇਸੇ ਪ੍ਰਕਾਰ ਹੀ ਸ਼ਿਵ ਸ਼ਕਤ ਮਿਟਾਇਆ। ਜਦੋਂ ਸ਼ਿਵ ਕਲਿਆਣ ਸਰੂਪ ਪਰਮੇਸ਼ਰ ਦਾ ਨਾਮ ਜਪਿਆ ਤੇ ਜਿਹੜੀ ਸ਼ਕਤੀ ਕੀ ਹੈ, ਮਾਇਆ ਦਾ ਪ੍ਰਭਾਵ ਮਹਾਰਾਜ ਕਹਿੰਦੇ ਮੇਟ ਹੀ ਦਿੱਤਾ। ਮਾਇਆ ਕਿੱਥੋਂ ਫਿਰ ਵਿਆਪਦੀ ਹੈ, ਜਦੋਂ ਆਪ ਖੁਦ ਪਰਮੇਸ਼ਰ ਹੀ ਸਾਖਿਆਤ ਹੋ ਗਿਆ। ਸ਼ਿਵ ਕਲਿਆਣ ਸਰੂਪ ਪਰਮੇਸ਼ਰ ਦਾ ਜਦੋਂ ਧਿਆਨ ਮਨ ਵਿੱਚ ਆ ਗਿਆ ਨਾ, ਵਾਹਿਗੁਰੂ ਜਦੋਂ ਵਸ ਗਏ, ਤੇ ਫਿਰ ਮਾਇਆ ਦਾ ਮਹਾਰਾਜ ਕਹਿੰਦੇ ਪ੍ਰਭਾਵ ਮੇਟ ਦਿੱਤਾ, ਨਾਸ਼ ਕਰ ਦਿੱਤਾ।
ਚੁਕਾ ਅੰਧਿਆਰਾ ਸਾਰਾ ਹੀ ਪਿਆ ਹੋਇਆ ਭਰਮ ਦਾ ਹੰਦੇਰਾ ਚੁੱਕਿਆ ਗਿਆ। ਧੁਰ ਮਸਤਕ ਜਿਨ ਕਾ ਲਿਖਿਆ ਜਿਨ੍ਹਾਂ ਦੇ ਧੁਰੋਂ ਹੀ ਮਸਤਕ ਦੇ ਉੱਤੇ ਮੇਰੇ ਵਾਹਿਗੁਰੂ ਨੇ ਲਿਖਿਆ ਏ, ਤਿਨ ਹਰ ਨਾਮ ਪਿਆਰਾ ਉਹਨਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਹੈ। ਬਚਪਨ 'ਚ ਹੀ ਵੇਖੋ ਉਹਨਾਂ ਨੂੰ ਕਿਸੇ ਸਿਖਾਇਆ ਨਹੀਂ ਹੁੰਦਾ, ਨਾਮ ਜਪਣ ਵਿੱਚ ਜੁੜੇ ਰਹਿੰਦੇ ਐ, ਕਿਉਂਕਿ ਮਸਤਕ ਤੇ ਲੇਖ ਪਏ ਹੋਏ ਐ। ਸੰਗਤ ਕਰਨ ਨੂੰ ਕਿੰਨਾ ਕਿੰਨਾ ਸਮਾਂ ਉਹ ਬੱਚੇ ਵੇਖੋ ਬਚਪਨ 'ਚ ਹੀ ਬੈਠੇ ਰਹਿੰਦੇ ਐ। ਇਉਂ ਮਹਾਰਾਜ ਕਹਿੰਦੇ ਉਹਨਾਂ ਨੂੰ ਹਰੀ ਨਾਮ ਪਿਆਰਾ ਲੱਗਦਾ ਹੈ, ਬੜਾ ਮਿੱਠਾ ਲੱਗਦਾ ਹੈ ਉਹਨਾਂ ਨੂੰ ਕੀਰਤਨ ਸੁਣਨਾ, ਕਥਾ ਸੁਣਨੀ, ਕਿਉਂਕਿ ਮਸਤਕ ਤੇ ਲੇਖ ਪਿਆ ਹੋਇਆ ਵਾਹਿਗੁਰੂ ਜੀ ਦਾ। ਇਉਂ ਪਰਮੇਸ਼ਰ ਨੇ ਪਾਇਆ ਹੈ ਪੂਰਾ ਲੇਖ ਮਸਤਕ ਤੇ, ਹਰੀ ਨਾਮ ਪਿਆਰਾ ਲੱਗਦਾ ਏ। ਹਰ ਕਿਤ ਬਿਧ ਪਾਈਐ ਸੰਤ ਜਨ ਹੋ ਹੁਣ ਜਗਿਆਸਾ ਮੁਖ ਤੋਂ ਮਹਾਰਾਜ ਕਹਿੰਦੇ ਐ, ਹੇ ਸੰਤ ਜਨੋ, ਉਸ ਹਰੀ ਨੂੰ, ਪਰਮੇਸ਼ਰ ਨੂੰ ਕਿਸ ਵਿਧ ਤਰੀਕੇ ਦੇ ਨਾਲ, ਕਿਸੇ ਸਾਧਨਾ ਨਾਲ, ਕਿਸ ਯਤਨ ਦੇ ਨਾਲ ਤੋ ਇਸ ਤਰ੍ਹਾਂ ਪਾਈਦਾ ਏ। ਜਿਸ ਦੇਖ ਹਾਂ ਜੀਵਾ ਜਿਸ ਨੂੰ ਵੇਖ ਕਰਕੇ ਅਸੀਂ ਜਿਉਨੇ ਆ, ਕਿਵੇਂ ਉਹਦਾ ਦਰਸ਼ਨ ਪ੍ਰਾਪਤ ਹੋਵੇ। ਜਿਹਨੂੰ ਸਾਧ ਸੰਗਤ ਜੀ ਜਗਿਆਸਾ ਲੱਗੀ ਹੁੰਦੀ ਹੈ ਨਾ, ਉਹ ਹੀ ਪੁੱਛਦਾ ਹੈ ਕਿ ਮੈਨੂੰ ਦਰਸ਼ਨ ਕਿਵੇਂ ਹੋਵੇ, ਕਿਸ ਵਿਧ ਤਰੀਕੇ ਦੇ ਨਾਲ, ਮੈਨੂੰ ਯਤਨ ਦੇ ਨਾਲ ਦਰਸ਼ਨ ਹੋਵੇ, ਕਿਉਂਕਿ ਜਿਸ ਦਰਸ਼ਨ ਨੂੰ ਵੇਖ ਕਰਕੇ ਜਿਉਂਦੇ ਹੋ ਜਾਈਦਾ, ਮੈਂ ਉਸ ਦਰਸ਼ਨ ਨੂੰ ਵੇਖਣਾ ਚਾਹੁੰਦਾ ਹਾਂ। ਕਿਉਂਕਿ ਸਾਧ ਸੰਗਤ ਜੀ ਜਿਹੜੇ ਜੀਵ ਹਨ ਨਾ, ਇਹ ਸੰਸਾਰ ਵਿੱਚ ਲੱਗੇ ਹੋਣ ਕਰਕੇ ਪਰਮੇਸ਼ਰ ਵੱਲੋਂ ਮਨ ਮਰਿਆ ਹੀ ਰਹਿੰਦਾ ਹੈ, ਤੇ ਜਦੋਂ ਮਹਾਰਾਜ ਜੀ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ ਉਦੋਂ ਜੀਵਨ ਮਿਲ ਜਾਂਦਾ ਹੈ, ਵਾਹਿਗੁਰੂ ਦੇ ਨਾਮ ਵਿੱਚ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ। ਇਸੇ ਪ੍ਰਕਾਰ ਹੀ ਹਰ ਕਿਤ ਬਿਧ ਪਾਈਐ ਸੰਤ ਜਨ ਹੋ ਇਹ ਸੰਤ ਜਨੋ, ਉਸ ਹਰੀ ਨੂੰ ਕਿਸ ਤਰੀਕੇ ਨਾਲ ਜਿਹੜਾ ਹੈ ਪ੍ਰਾਪਤ ਕਰੀਦਾ ਏ। ਜਿਸ ਦੇਖ ਹਾਂ ਜੀਵਾ ਜਿਸ ਨੂੰ ਦੇਖ ਕਰਕੇ ਸਾਡਾ ਜੀਵਨ ਹੁੰਦਾ ਹੈ, ਜਿਸ ਨੂੰ ਦੇਖ ਕਰਕੇ ਅਸੀਂ ਜਿਉਂਦੇ ਆ, ਉਹਨੂੰ ਕਿਵੇਂ ਪ੍ਰਾਪਤ ਕਰ ਲਈਏ। ਹਰ ਬਿਨ ਚਸਾ ਨਾ ਜੀਵਤੇ ਇਹ ਪ੍ਰੇਮ ਦੀ ਅਵਸਥਾ ਹੈ। ਸਤਿਗੁਰੂ ਜੀ ਕਹਿੰਦੇ ਹਰੀ ਤੋਂ ਬਿਨਾ ਤਾਂ ਸਾਡੀ ਜਿਹੜੀ ਹੈ ਬਿਰਤੀ, ਉਹ ਚਸਾ ਮਾਤਰ ਵੀ ਜਿਹੜੀ ਹੈ 15 ਵਿਸਵਿਆਂ ਦਾ ਇੱਕ ਚਸਾ ਹੁੰਦਾ ਹੈ, ਜਿਹੜਾ ਸਾਡਾ ਇਹ ਚਸਾ ਮਾਤਰ ਵੀ ਸਾਡਾ ਜੀਵਨ ਜਿਹੜਾ ਨਹੀਂ ਹੁੰਦਾ ਵਾਹਿਗੁਰੂ ਤੋਂ ਬਿਨਾ। ਗੁਰ ਮੇਲੇ ਹੋ ਹਰ ਰਸ ਪੀਵਾ ਇਹ ਗੁਰੂ ਸਾਹਿਬ ਸਾਨੂੰ ਵੀ ਮੇਲ ਦਿਓ ਪਰਮੇਸ਼ਰ ਨਾਲ, ਅਸੀਂ ਵੀ ਹਰੀ ਰਸ ਨੂੰ ਪੀਵੀਏ। ਮਹਾਰਾਜ ਅਸੀਂ ਵੀ ਬ੍ਰਹਮਾ ਆਨੰਦ ਦੇ ਰਸ ਨੂੰ ਚੱਖ ਲਈਏ, ਜਿਹਦੀ ਬਾਬਤ ਇੰਨਾ ਸੁਣਿਆ। ਸੁਣ ਸੁਣ ਕੇ ਸਾਧ ਸੰਗਤ ਜੀ ਕੀ ਹੈ ਕਿ ਮਨ ਨੂੰ ਧਰਵਾਸ ਆਉਂਦੀ ਹੈ। ਜੇ ਨਿਸ਼ਚੇ ਨਾਲ ਲੱਗਾ ਰਹੇ ਤੇ ਉਹ ਫਿਰ ਦਿਨ ਦੂਰ ਨਹੀਂ ਹੁੰਦਾ, ਜਦੋਂ ਗੁਰੂ ਸਾਹਿਬ ਕਿਰਪਾ ਕਰਕੇ ਉਹ ਨਾਮ ਦਾ ਰਸ ਦੇ ਦਿੰਦੇ ਆ। ਮਹਾਰਾਜ ਸਾਨੂੰ ਚਸਾ ਮਾਤਰ ਵੀ ਤੁਹਾਡਾ ਨਾਮ ਵਿਸਰੇ ਨਾ, ਤੁਹਾਡੇ ਤੋਂ ਬਿਨਾਂ ਅਸੀਂ ਜਿਉ ਨਹੀਂ ਸਕਦੇ ਹਾਂ। ਤੁਸੀਂ ਮਹਾਰਾਜ ਸਾਡੇ ਤੇ ਕਿਰਪਾ ਕਰੋ, ਜਿਵੇਂ ਹੋਰ ਆਪ ਦੇ ਨਾਮ ਰਸੀਏ ਗੁਰਸਿੱਖ ਨਾਮ ਰਸ ਨੂੰ ਪੀਂਦੇ ਆ, ਮਹਾਰਾਜ ਅਸੀਂ ਵੀ ਆਪ ਦੇ ਬ੍ਰਹਮਾ ਆਨੰਦ ਰਸ ਨੂੰ ਪੀਣਾ ਕਰੀਏ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਹਰ ਗੁਣ ਗਾਵਾਂ। ਮਹਾਰਾਜ ਅਸੀਂ ਹਰੀ ਆਪ ਦੇ ਗੁਣਾਂ ਨੂੰ ਗਾਉਣਾ ਕਰੀਏ। ਨਿਤ ਹਰ ਸੁਣੇ ਨਿਤਾ ਪ੍ਰਤੀ ਆਪ ਦੇ ਨਾਮ ਨੂੰ ਸੁਣੀਏ ਸਰਦਾ ਤੇ ਵਿਸ਼ਵਾਸ ਦੇ ਕੰਨਾਂ ਨਾਲ। ਹਰ ਹਰ ਗਤ ਕੀਨੇ ਕਿਉਂਕਿ ਹਰੀ ਆਪ ਦੇ ਨਾਮ ਨੇ ਸਾਡੀ ਗਤ ਮੁਕਤ ਕਰਨੀ ਹੈ। ਮੁਕਤ ਨਾਮ ਤੋਂ ਬਿਨਾ ਮਹਾਰਾਜ ਨਹੀਂ ਹੋ ਸਕਦੀ। ਇਸ ਕਰਕੇ ਆਪਣਾ ਨਾਮ ਹੀ ਸਾਨੂੰ ਦਿਓ, ਰਸਨਾ ਤੋਂ ਵੀ ਨਾਮ ਗਾਈਏ, ਕੰਨਾਂ ਨਾਲ ਵੀ ਨਾਮ ਸੁਣੀਏ, ਕਿਉਂਕਿ ਹਜੂਰ ਕਹਿੰਦੇ ਨਾਮ ਨਹੀਂ ਗੁਰਸਿੱਖੋ ਗਤ ਮੁਕਤ ਕਰਨੀ ਹੈ। ਹਰ ਰਸ ਗੁਰ ਤੇ ਪਾਇਆ ਇਹ ਹਰੀ ਰਸ ਮਹਾਰਾਜ ਕਹਿੰਦੇ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਤੋਂ ਬਿਨਾ ਇਹ ਨਾਮ ਦਾ ਆਨੰਦ ਨਹੀਂ ਮਿਲਦਾ। ਮੇਰਾ ਮਨ ਤਨ ਲੀਨੇ ਸਾਡਾ ਮਨ ਤੇ ਤਨ ਮਹਾਰਾਜ ਕਹਿੰਦੇ ਲੀਨ ਹੋ ਗਿਆ ਹੈ ਵਾਹਿਗੁਰੂ ਦੇ ਨਾਮ ਦੇ ਅੰਦਰ। ਜਦੋਂ ਗੁਰੂ ਅੰਗਦ ਸਾਹਿਬ ਨੇ ਸਾਨੂੰ ਨਾਮ ਦੀ ਦਾਤ ਦਿੱਤੀ ਨਾ, ਤਾਂ ਸਾਡਾ ਮਨ ਵੀ ਤੇ ਤਨ ਵੀ ਲੀਨ ਹੀ ਹੋ ਗਿਆ, ਨਾਮ ਦੇ ਅੰਦਰ ਸਮਾ ਗਿਆ। ਧੰਨ ਧੰਨ ਗੁਰ ਸਤਿਪੁਰਖ ਹੈ। ਧੰਨ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਧੰਨ ਹਨ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਜੋ ਸਤਿਪੁਰਖ ਹਨ।
ਭਾਵ ਸਤ ਤਰਈ ਕਾਲ ਆਬਾਦ ਰਹਿਣ ਵਾਲੇ ਪੁਰਖ ਜੋ ਪੂਰਨ ਹਨ ਪਰਮੇਸ਼ਰ, ਉਸ ਦਾ ਰੂਪ ਹਨ। ਜਨ ਭਗਤ ਹਰ ਹਰ ਦੀਨੇ, ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਜਪਣ ਦੀ ਸਾਨੂੰ ਭਗਤੀ ਦੇਣਾ ਕੀਤੀ ਹੈ, ਪ੍ਰੇਮਾ ਭਗਤੀ ਦੀ ਦਾਤ ਸਾਨੂੰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਉਹਦਾ ਨਾਂ ਹੈ ਸਤਿਗੁਰੂ, ਜਿਨ੍ਹਾਂ ਨੇ ਸਤਪੁਰਖ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ ਹੈ। ਆਪ ਨਿਰੰਕਾਰ ਸਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸੇ ਪ੍ਰਕਾਰ ਇਹ ਪੰਕਤੀ ਪੜ੍ਹਦੇ ਹੋ। ਧੰਨ ਧੰਨ ਗੁਰ ਸਤਪੁਰਖ ਹੈ, ਧੰਨ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਧੰਨ ਹਨ ਸਤਿਗੁਰੂ ਅੰਗਦ ਸਾਹਿਬ ਜੀ, ਜੋ ਸਤਪੁਰਖ ਪਰਮੇਸ਼ਰ ਦਾ ਸਰੂਪ ਹਨ ਗੁਰੂ ਸਾਹਿਬ। ਜਨ ਭਗਤ ਹਰ ਹਰ ਦੀਨੇ, ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਵਾਹਿਗੁਰੂ ਵਾਹਿਗੁਰੂ ਜਪਣ ਦੀ ਪ੍ਰੇਮਾ ਭਗਤੀ ਦਿੱਤੀ ਹੈ ਸਤਿਗੁਰਾਂ ਜੀ ਨੇ। ਜਿਸ ਗੁਰ ਤੇ ਹਰ ਪਾਇਆ, ਜਿਸ ਸਤਿਗੁਰੂ ਜੀ ਤੋਂ ਅਸੀਂ ਹਰੀ ਨੂੰ ਵਾਹਿਗੁਰੂ ਨੂੰ ਪਾਇਆ ਏ, ਸੋ ਗੁਰ ਹਮ ਕੀਨੇ, ਉਹ ਗੁਰੂ ਗੁਰੂ ਅੰਗਦ ਸਾਹਿਬ ਨੂੰ ਅਸੀਂ ਗੁਰੂ ਕੀਤਾ ਹੈ, ਕਿਸੇ ਹੋਰ ਨੂੰ ਨਹੀਂ ਅਸੀਂ ਗੁਰੂ ਧਾਰਨ ਕੀਤਾ। ਵੇਖੋ ਮਹਾਰਾਜ ਨੇ ਮੋਹਰ ਛਾਪ ਲਾਈ ਹੈ ਸੱਚੇ ਪਾਤਸ਼ਾਹ ਨੇ ਕਿ ਸਾਡੇ ਗੁਰੂ ਕੌਣ ਹਨ। ਗੁਰੂ ਅੰਗਦ ਸਾਹਿਬ ਜੀ, ਜਿਹੜੇ ਸਾਧ ਸੰਗਤ ਜੀ ਉਹ ਕਹਿੰਦੇ ਰਹਿੰਦੇ ਆ ਮਹਾਰਾਜ ਇੰਨੇ ਸਾਲ ਅਖੇ ਜੀ ਗੰਗਾ ਜਾਂਦੇ ਰਹੇ ਆ। ਠੀਕ ਹੈ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਉਦੋਂ ਗਏ ਆ ਜ਼ਰੂਰ, ਪਰ ਮਹਾਰਾਜ ਨੇ ਬਾਣੀ ਵਿੱਚ ਗਵਾਹੀ ਦਿੱਤੀ ਹੈ ਕਿ ਜਿਸ ਸਤਿਗੁਰੂ ਜੀ ਤੋਂ ਅਸੀਂ ਹਰੀ ਨੂੰ ਪਾਇਆ ਹੈ, ਉਹ ਗੁਰੂ ਕੌਣ ਹਨ? ਗੁਰੂ ਅੰਗਦ ਸਾਹਿਬ ਜੀ ਮਹਾਰਾਜ। ਸੋ ਗੁਰ ਹਮ ਕੀਨੀ, ਉਹ ਗੁਰੂ ਅੰਗਦ ਸਾਹਿਬ ਜੀ ਨੂੰ ਅਸੀਂ ਗੁਰੂ ਕੀਤਾ ਹੈ। ਤੇ ਇਹ ਸੰਸਾਰ ਦੇ ਜੀਓ, ਜੇ ਤੁਸੀਂ ਵੀ ਹਰੀ ਨੂੰ ਪਾਉਣਾ ਨਾ, ਤੇ ਫਿਰ ਉਹ ਗੁਰੂ ਅੰਗਦ ਸਾਹਿਬ ਜੀ ਨੂੰ ਤੁਸੀਂ ਵੀ ਗੁਰੂ ਧਾਰਨ ਕਰ ਲਓ, ਤੁਸੀਂ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਧਾਰਨ ਕਰੋ। ਅਸੀਂ ਸਾਧ ਸੰਗਤ ਜੀ ਉਹ ਮਹਾਰਾਜ ਦੀ ਸਿੱਖਿਆ ਮੰਨੀਏ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ ਨੂੰ ਆਪਣਾ ਗੁਰੂ ਧਾਰਨ ਕਰੀਏ, ਫੇਰ ਹੀ ਪਰਮੇਸ਼ਰ ਦੀ ਪ੍ਰਾਪਤੀ ਆ। ਗੁਣ ਦਾਤਾ ਹਰ ਰਾਏ ਹੈ, ਗੁਣਾਂ ਦਾ ਦਾਤਾ ਤਾਂ ਹਰੀ ਰਾਏ, ਜੋ ਰਾਜਾ ਸਰੂਪ ਪਰਮੇਸ਼ਰ ਉਹ ਆਪ ਹੈ ਸਾਰੇ ਗੁਣਾਂ ਦਾ ਦਾਤਾ। ਹਮ ਅਵਗਣਿਆਰੇ, ਇਹ ਬੇਨਤੀ ਕਰੀਏ ਮਹਾਰਾਜ ਅਸੀਂ ਤਾਂ ਅਵਗੁਣਾਂ ਦੇ ਕਰਨ ਵਾਲੇ ਆ, ਗੁਨਾਹਾਂ ਦੇ ਭਰੇ ਹੋਏ ਆ। ਇਉਂ ਵਾਹਿਗੁਰੂ ਦੇ ਅੱਗੇ ਨਿਮਰਤਾ ਨਾਲ ਬੇਨਤੀ ਕਰੀਏ। ਪਾਪੇ ਪਾਥਰ ਡੁੱਬਦੇ, ਮਹਾਰਾਜ ਪਾਪੀ ਆ ਨਾ, ਪੱਥਰਾਂ ਵਰਗੇ ਕਠੋਰ ਦਿਲ ਵੈ, ਸੰਸਾਰ ਦੇ ਅੰਦਰ ਪਦਾਰਥਾਂ ਰੂਪੀ ਜਲ ਵਿੱਚ ਡੁੱਬ ਰਹੇ ਆ। ਗੁਰਮਤਿ ਹਰ ਤਾਰੇ, ਮਹਾਰਾਜ ਆਪਣੀ ਗੁਰਮਤਿ ਸਿੱਖਿਆ ਦੇ ਕੇ ਸਾਨੂੰ ਤਾਰ ਲਓ ਸੱਚੇ ਪਾਤਸ਼ਾਹ। ਗੁਰੂ ਮਹਾਰਾਜ ਜੀ ਦੀ ਜਿਹੜੀ ਸਿੱਖਿਆ ਨਾ, ਇਹ ਹੀ ਸੰਸਾਰ ਦੇ ਅੰਦਰੋਂ ਸਾਧ ਸੰਗਤ ਜੀ ਤਾਰ ਸਕਦੀ ਹੈ। ਹੱਥ ਜੋੜ ਕੇ ਬੇਨਤੀ ਕਰੀਏ ਮਹਾਰਾਜ, ਜਿਵੇਂ ਗੁਰਮਤਿ ਦੇ ਕੇ ਅੱਗੇ ਕਿੰਨਿਆਂ ਨੂੰ ਤਾਰ ਲਿਆ ਏ, ਇਵੇਂ ਮਹਾਰਾਜ ਸਾਨੂੰ ਵੀ ਤਾਰ ਲਓ ਆਪਣਾ ਉਪਦੇਸ਼ ਦੇ ਕਰਕੇ। ਤੂੰ ਗੁਣ ਦਾਤਾ ਨਿਰਮਲਾ, ਮਹਾਰਾਜ ਤੂੰ ਆਪ ਸਾਰੇ ਗੁਣਾਂ ਦਾ ਦਾਤਾ ਏ ਤੇ ਨਿਰਮਲਾ ਸੁੱਧ ਸਰੂਪ ਹੈ। ਹਮ ਅਵਗਣਿਆਰੇ, ਅਸੀਂ ਔਗੁਣਾਂ ਨੂੰ ਕਰਨ ਵਾਲੇ ਹਾਂ। ਹਰ ਸ਼ਰਨਾਗਤ ਰਾਖ ਲਿਹੋ, ਮਹਾਰਾਜ ਸਾਨੂੰ ਸ਼ਰਨ ਆਇਆ ਨੂੰ ਕਿਰਪਾ ਕਰਕੇ ਰੱਖ ਲਓ। ਆਪਦੀ ਸ਼ਰਨ ਆ ਗਏ ਆ ਸੱਚੇ ਪਾਤਸ਼ਾਹ, ਵਕਾਰਾਂ ਤੋਂ ਸਾਡੀ ਰੱਖਿਆ ਕਰ ਲਓ। ਮੋੜ ਮੁਗਧ ਨਿਸਤਾਰੇ, ਮਹਾਰਾਜ ਆਪਨੇ ਤਾਂ ਮੂਰਖ ਤਾਰ ਦਿੱਤੇ, ਮੁਗਧ ਬੇਸਮਝ ਤਾਰ ਦਿੱਤੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਮਹਾਰਾਜ ਆਪਨੇ ਤਾਂ ਪੱਥਰ ਤਾਰ ਦਿੱਤੇ ਐ, ਫਿਰ ਮਹਾਰਾਜ ਸਾਡੀ ਕਲਿਆਣ ਚ ਕੀ ਮਹਾਰਾਜ ਔਖਿਆਈ ਹੈ, ਕਿਰਪਾ ਕਰੋ ਮਹਾਰਾਜ ਸਾਨੂੰ ਵੀ ਤਾਰ ਦਿਓ। ਇਉਂ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕਰੀਏ ਮਹਾਰਾਜ ਆਪਨੇ ਤਾਂ ਮੁਗਧ ਬੇਸਮਝ ਤਾਰ ਦਿੱਤੇ ਐ। ਜਿਹੜੇ ਸ਼ਾਸਤਰ ਗਿਆਨ ਤੋਂ ਹੀਣੇ ਸੀ, ਉਹ ਛੱਜੂ ਝੂਰ ਨੂੰ ਕੀ ਆਉਂਦਾ ਸੀ, ਮਹਾਰਾਜ ਸਿਟੀ ਰੱਖੀ ਸੀ, ਕਪਾਟ ਖੁੱਲ ਗਏ ਸੀ ਉਹਦੇ, ਤੇ ਪੰਡਤ ਨੂੰ ਕਹਿੰਦਾ ਪੰਡਤ ਜੀ ਕਾਸਨ ਸ਼ਾਸਤਰ ਪ੍ਰਵਿਰਤ ਤੇ ਦੱਸ ਕਿਹੜੇ ਸ਼ਾਸਤਰ ਦੀ ਗੱਲ ਪੁੱਛਣੀ ਹੈ। ਤੇ ਉਹ ਪੰਡਤ ਤਾਂ ਡਰ ਗਿਆ ਵੇਖ ਕੇ ਕਿ ਬੋਲ ਕਿਵੇਂ ਪਿਆ, ਗੂੰਗਾ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਆਪ ਨੇ ਬੇਸਮਝ ਤਾਰ ਦਿੱਤੇ, ਮੂਰਖ ਤਾਰ ਦਿੱਤੇ, ਪਸ਼ੂ ਤਾਰ ਤੇ, ਪੱਥਰ ਤਾਰ ਤੇ, ਇਵੇਂ ਮਹਾਰਾਜ ਸਾਨੂੰ ਵੀ ਤਾਰ ਦਿਓ। ਕਿਰਪਾ ਕਰੋ ਮਹਾਰਾਜ ਸਾਨੂੰ ਨਾਮ ਮਿੱਠਾ ਲੱਗੇ। ਸਹਿਜ ਆਨੰਦ ਸਦਾ ਗੁਰਮਤਿ, ਮਹਾਰਾਜ ਨੇ ਫਿਰ ਗੁਰੂ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜੀ ਗੁਰਮਤੀ ਹੈ ਨਾ, ਭਾਵ ਗੁਰੂ ਜੀ ਦੀ ਮੱਤ, ਗੁਰੂ ਜੀ ਦੀ ਸਿੱਖਿਆ, ਉਹਦੇ ਨਾਲ ਕੀ ਪ੍ਰਾਪਤ ਹੁੰਦਾ ਫਿਰ ਪੜੋ। ਸਹਿਜ ਆਨੰਦ ਸਦਾ ਗੁਰਮਤਿ, ਸਹਿਜ ਮਹਾਰਾਜ ਕਹਿੰਦੇ ਸ਼ਾਂਤੀ ਪੂਰਵਕ ਸਦਾ ਆਨੰਦ ਦੀ ਅਵਸਥਾ ਬਣੀ ਰਹਿੰਦੀ ਹੈ।
ਜੇ ਗੁਰੂ ਮਹਾਰਾਜ ਦੀ ਮੱਤ ਨੂੰ ਧਾਰਨ ਕਰ ਲਈਏ। ਵੇਖ ਲਓ ਗੁਰਮਤਿ ਵਿੱਚ ਕਿੰਨਾ ਸੁੱਖ ਹੈ। ਮਹਾਰਾਜ ਕਹਿੰਦੇ ਗੁਰੂ ਜੀ ਦੀ ਮੱਤ ਨੂੰ ਧਾਰਨ ਕਰੀਏ ਨਾ ਤੇ ਸਦਾ ਵਾਸਤੇ ਸਹਿਜ ਸ਼ਾਂਤੀ ਪੂਰਵਕ ਆਤਮਿਕ ਆਨੰਦ ਦਾ ਸੁਖ ਬਣਿਆ ਰਹਿੰਦਾ ਏ। ਹਰ ਹਰ ਮਨ ਧਿਆਇਆ। ਤੇ ਜਿਨ੍ਹਾਂ ਨੇ ਗੁਰਮਤਿ ਨੂੰ ਮੰਨਿਆ ਹੈ, ਕਮਾਇਆ ਹੈ, ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਮਨ ਵਿੱਚ ਧਿਆਇਆ ਏ। ਸਜਣ ਹਰ ਪ੍ਰਭ ਪਾਇਆ। ਜਿਹੜਾ ਲੋਕ ਪਰਲੋਕ ਦਾ ਸੱਜਣ ਹੈ ਹਰੀ ਪ੍ਰਭੂ, ਉਹਨੂੰ ਉਹਨਾਂ ਨੇ ਪਾ ਲਿਆ ਗੁਰੂ ਜੀ ਦੀ ਮੱਤ ਸਿੱਖਿਆ ਦੁਆਰਾ। ਘਰ ਸੋਹਿਲਾ ਗਾਇਆ। ਆਪਣੇ ਹਿਰਦੇ ਰੂਪੀ ਘਰ ਵਿੱਚ ਉਹਨਾਂ ਨੇ ਫਿਰ ਪਰਮੇਸ਼ਰ ਦਾ ਸੋਹਿਲਾ ਜਸ ਗਾਉਣਾ ਕੀਤਾ ਏ। ਹਰ ਦਇਆ ਤਹਾਰ ਪ੍ਰਭ ਬੇਨਤੀ। ਹੇ ਹਰੀ, ਆ ਦਇਆ ਕਰਕੇ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ, ਸਾਡੇ ਤੇ ਵੀ ਮਹਾਰਾਜ ਦਇਆ ਧਾਰੋ ਆਪਣੀ, ਇਹ ਸਾਡੀ ਬੇਨਤੀ ਆ। ਹਰ ਹਰ ਚੇਤਾਇਆ। ਸਿੱਖਾ ਕੀ ਮੰਗਦਾ ਹੈ ਤੂੰ? ਮਹਾਰਾਜ ਕਹਿੰਦੇ ਮੰਗੀਏ ਕਿ ਮਹਾਰਾਜ ਸਾਨੂੰ ਵੀ ਵਾਹਿਗੁਰੂ ਵਾਹਿਗੁਰੂ ਨਾਮ ਚੇਤੇ ਆਵੇ, ਜਿਵੇਂ ਆਪਨੇ ਭਗਤਾਂ ਨੂੰ ਚਿਤਾਇਆ ਹੈ ਨਾ। ਮਹਾਰਾਜ ਵੇਖੋ ਪ੍ਰਹਲਾਦ ਜੀ ਨੂੰ ਕਹਿੰਦੇ ਆ ਘਾਰ ਜਾਰ ਭਾਵੇਂ ਮਾਰ ਡਾਰ, ਨਹੀਂ ਛੋਡੋ ਰੇ ਬਾਬਾ ਰਾਮ ਨਾਮ। ਕਹਿੰਦੇ ਮੈਨੂੰ ਛਾੜ ਦਿਓ, ਭਾਵੇਂ ਪਾਣੀ 'ਚ ਡੋਬ ਦਿਓ, ਮੈਂ ਨਹੀਂ ਨਾਮ ਛੱਡਣਾ। ਮਹਾਰਾਜ ਜਿਵੇਂ ਭਗਤਾਂ ਨੂੰ ਚਿਤਾਇਆ ਨੇ ਆਪ ਨੇ ਨਿਸ਼ਚੇ ਨਾਲ, ਉਵੇਂ ਮਹਾਰਾਜ ਸਾਨੂੰ ਵੀ ਚਿਤਾਓ। ਤੇ ਫਿਰ ਬੇਨਤੀ ਸਤਿਗੁਰੂ ਜੀ ਨੇ ਸਾਨੂੰ ਜਾਚ ਦੱਸੀ ਹੈ। ਮਹਾਰਾਜ ਸਾਡੀ ਬੇਨਤੀ ਹੈ, ਜਿਨਵੇਂ ਸਾਨੂੰ ਚਿਤਾਇਆ ਮਹਾਰਾਜ ਐਵੇਂ ਹੋਰ ਗੁਰਸਿੱਖਾਂ ਨੂੰ ਵੀ ਚਿਤਾਓ। ਆਪਦੇ ਭੰਡਾਰੇ ਹੀ ਭਰੇ ਪਏ ਆ ਮਹਾਰਾਜ, ਇਹ ਕਿਹੜਾ ਖਜ਼ਾਨਾ ਮੁੱਕਣ ਵਾਲਾ ਹੈ। ਮਹਾਰਾਜ ਸਭ ਗੁਰਸਿੱਖਾਂ ਨੂੰ ਆਪ ਆਪਣਾ ਨਾਮ ਜਿਹੜਾ ਹੈ ਉਹ ਚੇਤੇ ਕਰਾਓ, ਚੇਤੇ ਆਵੇ ਆਪ ਜੀ ਦਾ ਨਾਮ। ਸਾਡੇ ਤੇ ਦਇਆ ਮਹਾਰਾਜ ਕਰੋ, ਸਾਡੀ ਇਹ ਬੇਨਤੀ ਹੈ। ਜਨ ਨਾਨਕ ਮੰਗਾ ਧੂੜ ਤੈਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਅਸੀਂ ਉਹਨਾਂ ਗੁਰਸਿੱਖਾਂ ਦੀ ਧੂੜ ਮੰਗਦੇ ਆਂ ਚਰਨਾਂ ਦੀ, ਜਿਨ ਸਤਿਗੁਰ ਪਾਇਆ। ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਰੂਪ ਵਿੱਚ ਪਾਇਆ ਹੈ, ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਧਾਰਨ ਕੀਤਾ ਹੈ। ਗੁਰਸਿੱਖੋ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਆਂ। ਅਸੀਂ ਵੀ ਐਸੇ ਸਿੱਖਾਂ ਦੇ ਚਰਨਾਂ ਦੀ ਧੂੜ ਮੰਗੀਏ ਜਿਹੜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਸੱਜ ਗਏ। ਮਹਾਰਾਜ ਸੱਚੇ ਪਾਤਸ਼ਾਹ ਨਾਲ ਪ੍ਰੇਮ ਕਰਦੇ ਐ ਤੇ ਸਤਿਗੁਰੂ ਜੀ ਦੀ ਸਿੱਖੀ ਮਨ ਬਾਣੀ ਸਰੀਰ ਕਰਕੇ ਕਮਾਉਂਦੇ ਐ। ਉਹਨਾਂ ਦੀ ਧੂੜ ਪ੍ਰਾਪਤ ਹੋਣ ਨਾਲ ਹੀ ਸਾਧ ਸੰਗਤ ਜੀ ਨਿਹਾਲ ਹੋ ਜਾਈਦਾ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਮਹਾਰਾਜ ਅਸੀਂ ਵੀ ਪਾਪੀ ਭਲਾ ਹੋ ਜੇ ਸਾਡਾ, ਅਸੀਂ ਵੀ ਗਤ ਮੁਕਤੀ ਨੂੰ ਪਾ ਲਈਏ। ਇਹ ਸਤਿਗੁਰਾਂ ਜੀ ਨੇ ਬੇਨਤੀ ਰੂਪ ਵਿੱਚ ਅਖੀਰਲੀਆਂ ਪੌੜੀਆਂ ਸਾਨੂੰ ਜਾਚ ਦੱਸੀ ਹੈ ਕਿ ਉਹ ਬੇਨਤੀ ਕਰੀਏ ਤੇ ਫਿਰ ਗੁਰਮਤਿ ਦੁਆਰਾ ਨਾਮ ਦੀ ਕਣੀ ਪ੍ਰਾਪਤ ਹੁੰਦੀ ਹੈ, ਨਿਹਾਲ ਹੋ ਜਾਈਦਾ। ਐਡੀ ਨਿਮਰਤਾ ਸਾਧ ਸੰਗਤ ਜੀ ਪ੍ਰਾਪਤ ਹੁੰਦੀ ਹੈ ਨਾਮ ਦੀ ਕਮਾਈ ਕਰਨੇ ਕਰਕੇ। ਸਤਿਗੁਰੂ ਜੀ ਰਹਿਮਤ ਕਰਨੇ। ਇੱਥੇ 18 ਸ਼ਬਦ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਸੰਪੂਰਨ ਹੋਏ ਆ। ਅੱਗੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਬਾਣੀ ਪ੍ਰਾਰੰਭ ਹੋਵੇਗੀ। ਸਾਧ ਸੰਗਤ ਜੀ ਹਜੂਰ ਦੀ ਬਾਣੀ ਜਿੱਥੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਿੱਖਿਆ ਦਿੰਦੇ ਐ, ਹਜੂਰ ਨੇ ਗੁਰਮਤਿ ਦ੍ਰਿੜਾਈ ਐ। ਗੁਰੂ ਰਾਮਦਾਸ ਸਾਹਿਬ ਜੀ ਦੀ ਜਦੋਂ ਬਾਣੀ ਆਉਂਦੀ ਹੈ ਨਾ, ਇਹ ਫਿਰ ਪ੍ਰੀਤ ਦਾ ਹੀ ਪ੍ਰਵਾਹ ਛੁੱਟ ਪੈਂਦਾ ਹੈ। ਐਸੀ ਪ੍ਰੀਤ ਦੀ ਰੀਤ ਵਿੱਚ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਹੈ। ਉਹ ਤਾਂ ਸਾਧ ਸੰਗਤ ਜੀ ਉਸ ਤਲ ਤੱਕ ਹੀ ਕੋਈ ਪਹੁੰਚੇ ਭਗਤਾ ਜਾਂ ਸਰੋਤਾ ਤੇ ਉਹ ਪ੍ਰੀਤ ਦੀ ਰੀਤ ਤਾਂ ਹੀ ਪਤਾ ਲੱਗਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਮਹਾਰਾਜ ਦਾ ਪ੍ਰੇਮ ਜਿਹੜਾ ਭਰਿਆ ਹੋਇਆ ਆਪਣੇ ਦਿਲ ਦਾ, ਉਹ ਆਪਾਂ ਪਿਆਰ ਨਾਲ ਸਰਵਣ ਕਰਾਂਗੇ। ਸਤਿਗੁਰੂ ਜੀ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਹਰ ਦਇਆ ਤਹਾਰ ਪ੍ਰਭ ਬੇਨਤੇ, ਹਰ ਹਰ ਚੇਤਾਇਆ। ਜਨ ਨਾਨਕ ਮੰਗਾ ਧੂੜ ਤੈਨ, ਜਿਨ ਸਤਿਗੁਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।